ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ, ਹਉ ਮੈਂ ਪੀੜ ਨਾ ਜਾਏ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹਿ ਸਮਾਏ। ਗੁਰ ਸ਼ਬਦੀ ਹਰ ਪਾਈਐ, ਬਿਨ ਸ਼ਬਦੈ ਭਰਮ ਭੁਲਾਏ। ਮਨ ਰੇ ਨਿਜ ਘਰ ਵਾਸਾ ਹੋਏ, RAM ਨਾਮ ਸਲਾਹਿ ਤੂੰ, ਫਿਰ ਆਵਣ ਜਾਣ ਨਾ ਹੋਏ। ਰਹਾਉ ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨਾ ਕੋਏ। ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈ ਦੇ। ਹਉਮੈ ਸਭਾ ਗਣਤ ਹੈ, ਹਉਮੈ ਸਭਾ ਗਣਤ ਹੈ। ਗਣਤੈ ਨੌ ਸੁਖ ਨਾਹੀਂ, ਬਿਖ ਕੀ ਕਾਰ ਕਮਾਵਣੀ। ਬਿਖ ਹੀ ਮਾਹਿ ਸਮਾਹੇ, ਬਿਨ ਨਾਵੈ ਠੌਰ ਨ ਪਾਇਨੀ। ਜੰਪੁਰ ਦੁਖ ਸਹਾਏ, ਜੀਉ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਗੁਰ ਪ੍ਰਸਾਦੀ ਬੂਝੀਐ, ਤਾਂ ਪਾਏ ਮੋਖ ਦੁਆਰ। ਨਾਨਕ ਨਾਮ ਸਲਾਹਿ ਤੂੰ, ਅੰਤ ਨਾ ਪਾਰਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਸਵੇਰ ਦੇ ਟਾਈਮ ਦੇ ਉੱਪਰ ਫੇਸਬੁੱਕ ਆਡੀਓ ਦੇ ਮਾਧਿਅਮ ਦੇ ਰਾਹੀਂ ਤੇ ਗਲੋਬਲ ਗੁਰਬਾਣੀ ਵਿਚਾਰ WhatsApp ਗਰੁੱਪ ਦੇ ਰਾਹੀਂ ਲੜੀਵਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿਚਾਰ ਲੈ ਕੇ ਆਪ ਜੀ ਕੀ ਸੇਵਾ ਦੇ ਵਿੱਚ ਹਾਜ਼ਰ ਹੁੰਨੇ ਆ, ਜਿਸ ਵਿੱਚ ਰੋਜ਼ਾਨਾ ਹੀ ਇੱਕ ਸ਼ਬਦ ਦੀ ਵਿਚਾਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਰਦੇ ਹਾਂ, ਤਾਂ ਕਿ ਗੁਰਮਤ ਦੀਆਂ ਗਹਿਰਾਈਆਂ, ਗੁਰਮਤ ਦਾ ਕਨਸੈਪਟ ਸਾਨੂੰ ਸਮਝ ਆ ਸਕੇ ਤੇ ਸਾਡੇ ਵਿੱਚੋਂ ਮਨਮਤ ਦੂਰ ਹੋ ਸਕੇ। ਉਸੇ ਹੀ ਐਜੂਕੇਟ ਮਨੁੱਖ ਦੇ ਜੀਵਨ ਦੇ ਵਿੱਚ ਉਸ ਨੂੰ ਇੱਕ ਚੰਗਾ ਸਿਆਣਾ ਸਮਝਦਾਰ ਤੇ ਇੱਕ ਚੰਗਾ ਇਨਸਾਨ ਬਣਾਉਂਦੀ ਹੈ। ਜਿੱਥੇ ਦੁਨਿਆਵੀ ਐਜੂਕੇਸ਼ਨ ਇੱਕ ਵੈਦ ਡਾਕਟਰ ਬਣਾਉਂਦੀ ਹੈ, ਟੀਚਰ ਬਣਾਉਂਦੀ ਹੈ, ਇੱਕ ਪੁਲਿਸ ਆਫੀਸਰ ਬਣਾਉਂਦੀ ਹੈ, ਵਕੀਲ ਬਣਾਉਂਦੀ ਹੈ, ਜੱਜ ਬਣਾਉਂਦੀ ਹੈ, ਇਵੇਂ ਹੀ ਗੁਰਬਾਣੀ ਦੀ ਐਜੂਕੇਸ਼ਨ ਜਿਸ ਦੇ ਹਿਰਦੇ ਵਿੱਚ ਵਸਣ ਲੱਗ ਪੈਂਦੀ ਹੈ, ਉਹ ਡਾਕਟਰ ਦੇ ਨਾਲ ਨਾਲ ਇੱਕ ਚੰਗਾ ਇਮਾਨਦਾਰ ਇਨਸਾਨ ਵੀ ਬਣਨ ਲੱਗ ਪੈਂਦਾ। ਇਸ ਕਰਕੇ ਗੁਰਬਾਣੀ ਦੀਆਂ ਰਮਜ਼ਾਂ ਸਮਝਣੀਆਂ ਬਹੁਤ ਜ਼ਰੂਰੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਮਨੁੱਖ ਦੇ ਉਸ ਕਮਜ਼ੋਰੀ ਪੱਖ ਨੂੰ ਪਹਿਚਾਣਿਆ ਜੋ ਦੁਨੀਆ ਦੇ ਵਿੱਚ ਲੋਕ ਉਸ ਕਮਜ਼ੋਰੀ ਦਾ ਲਾਭ ਉਠਾ ਕੇ ਧਰਮ ਦਾ ਉਹਨੂੰ ਨਾਮ ਦੇ ਕੇ ਪਖੰਡ ਦਾ ਲਿਬਾਸ ਪਾ ਕੇ ਕਰਮ ਕਾਂਡਾਂ ਦੇ ਨਾਂ ਤੇ ਲੁੱਟ ਰਹੇ ਸਨ, ਠੱਗ ਰਹੇ ਸਨ। ਸੰਸਾਰੀ ਲੋਕਾਂ ਨੇ ਤਾਂ ਉਸ ਸਮੇਂ ਦੇ ਪਖੰਡਵਾਦ ਨੇ ਉਸ ਕਮਜ਼ੋਰ ਪੱਖ ਉੱਤੇ ਸੱਟ ਮਾਰੀ
ਤੇ ਲੋਕਾਂ ਨੂੰ ਐਸਾ ਗੁੰਮਰਾਹਕੁਨ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੋਂ ਭਟਕਾ ਦਿੱਤਾ। ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਲਾ ਦਿੱਤਾ, ਕਬਰਾਂ, ਮੜੀਆਂ, ਮਸਾਨਾ, ਰੁੱਖਾਂ, ਬਿਰਖਾਂ ਦੀ ਪੂਜਾ ਵਿੱਚ ਲਾ ਦਿੱਤਾ। ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਐਸਾ ਧਰਮ ਦੇ ਨਾਂ ਤੇ ਹੁੰਦਾ ਹੋਇਆ ਇੱਕ ਵੱਡਾ ਠੱਗ ਠਗਾ ਵੇਖਿਆ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਸੱਚ ਦਾ ਉਪਦੇਸ਼ ਗੁਰਮਤਿ ਤੇ ਗੁਰਬਾਣੀ ਦੇ ਰਾਹੀਂ, ਇੱਕ ਨਿਰੋਲ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ, ਬਿਲਕੁਲ ਸਿੱਧਾ ਤੇ ਬਿਲਕੁਲ ਸਪਸ਼ਟ ਗਿਆਨ ਜਿਹੜਾ ਸਤਿਗੁਰੂ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਰੂਪ ਦੇ ਵਿੱਚ ਸਿੱਖਾਂ ਦੇ ਘਰ ਦੇ ਵਿੱਚ, ਸਿੱਖਾਂ ਦੀ ਝੋਲੀ ਵਿੱਚ ਪਾਇਆ, ਮਨੁੱਖਤਾ ਦੀ ਝੋਲੀ ਵਿੱਚ ਪਾਇਆ। ਹੁਣ ਜਦੋਂ ਸਤਿਗੁਰੂ ਕੇ ਦੱਸੇ ਮਾਰਗ ਤੇ ਜਦੋਂ ਅਸੀਂ ਤੁਰਦੇ ਹਾਂ, ਜਿਹਦੇ ਵਿੱਚ ਕਰਮਕਾਂਡ ਤੇ ਪਖੰਡ ਨੂੰ ਕੋਈ ਜਗ੍ਹਾ ਹੀ ਨਹੀਂ, ਤੇ ਜਦੋਂ ਐਸਾ ਜੀਵਨ ਅਸੀਂ ਅਪਣਾਉਂਦੇ ਹਾਂ, ਸਾਡੀ ਆਤਮਾ ਮਜ਼ਬੂਤ ਹੁੰਦੀ ਹੈ, ਸਾਡਾ ਕੌਨਫੀਡੈਂਸ ਲੈਵਲ ਵੱਧਦਾ ਹੈ, ਅਸੀਂ ਚੜ੍ਹਦੀ ਕਲਾ ਦੇ ਵਿੱਚ ਚੱਲਦੇ ਹਾਂ। ਤੇ ਜਦੋਂ ਚੜ੍ਹਦੀ ਕਲਾ ਤੇ ਕੌਨਫੀਡੈਂਸ ਲੈਵਲ ਉੱਚਾ ਹੋਊਗਾ, ਮਨੁੱਖ ਦੀ ਥਿੰਕਿੰਗ, ਮਨੁੱਖ ਦੀ ਸੋਚ, ਮਨੁੱਖ ਦੀ ਬੁੱਧ ਦਾ ਵਿਕਾਸ ਜਿਹੜਾ ਹੈ ਉਹ ਚੰਗੇ ਬੰਨੇ ਵੱਲ ਜਾਵੇਗਾ। ਉਹ ਲੋਕਾਂ ਨੂੰ ਮਾਰ ਕੇ, ਲੋਕਾਂ ਦੀਆਂ ਲਾਸ਼ਾਂ ਦੇ ਉੱਪਰ ਆਪਣੇ ਮਹਿਲ ਨਹੀਂ ਖੜੇ ਕਰੇਗਾ। ਉਹ ਪਰਾਇਆ ਹੱਕ ਮਾਰ ਕੇ ਆਪਣੇ ਘਰ ਨੂੰ ਨਹੀਂ ਚਲਾਏਗਾ। ਉਹ ਬਲਕਿ ਪਿਆਰ ਤੇ ਸੱਚ ਵੰਡਦਾ ਹੋਇਆ ਆਪਣੇ ਵਿੱਚੋਂ ਅਵਗੁਣਾਂ ਦਾ ਖਾਤਮਾ ਕਰਕੇ, ਗੁਣਾਂ ਦੀ ਸਮਾਈ ਕਰਕੇ ਇੱਕ ਚੰਗਾ ਜੀਵਨ ਜਿੱਥੇ ਆਪ ਜੀਵੇਗਾ, ਉੱਥੇ ਆਪਣੇ ਆਲੇ ਦੁਆਲੇ ਲੋਕਾਂ ਦੇ ਚੰਗੇ ਜੀਵਨ ਦੇ ਵਾਸਤੇ ਅਰਦਾਸ ਕਰੇਗਾ। ਸੋ ਗੁਰਬਾਣੀ ਇਤਨੀ ਜ਼ਰੂਰੀ ਹੈ ਸਾਡੇ ਲਾਈਫ ਜੀਵਨ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਜਿੱਤੋਂ ਅੱਜ ਅਸੀਂ ਅਵੇਸਲੇ ਹੋਏ ਪਏ ਹਾਂ। ਇਸੇ ਕਰਕੇ ਅੱਜ ਸੁਸਾਈਡਾਂ ਦੇ ਦੌਰ ਵੱਧ ਗਏ ਨੇ। ਅਸੀਂ ਚਿੰਤਾਵਾਂ ਤੇ ਝੋਰਿਆਂ ਦੇ ਵਿੱਚ ਫਸ ਰਹੇ ਹਾਂ। ਤੁਸੀਂ ਦੇਖੋ, ਹਸਪੀਟਲ ਭਰੇ ਪਏ ਨੇ ਦਵਾਈਆਂ ਦੇ, ਲੋਕਾਂ ਮਰੀਜ਼ਾਂ ਦੇ ਨਾਲ। ਇੱਕ ਸਵੇਰੇ ਉੱਠ ਕੇ ਮਨੁੱਖ ਜਿੱਥੇ ਬ੍ਰੇਕਫਾਸਟ ਕਰਦਾ ਹੈ, ਉੱਥੇ ਫੱਕਾ ਭਰ ਕੇ ਗੋਲੀਆਂ ਦਾ ਮੂੰਹ ਚ ਪਾਉਂਦਾ ਹੈ, ਜਿਹਦੇ ਵਿੱਚ ਡਿਪਰੈਸ਼ਨ ਦੀ, ਬਲੱਡ ਪ੍ਰੈਸ਼ਰ ਦੀ, ਕੈਸਟਰੋਲ ਦੀ, ਹਾਰਟ ਦੀ, ਪਤਾ ਨਹੀਂ ਕਿੰਨੀਆਂ ਕਿੰਨੀਆਂ ਦਵਾਈਆਂ ਇਹ ਨਿੱਤ ਖਾ ਰਿਹਾ ਹੈ। ਕਿਉਂ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ, ਕਿਉਂ ਕੈਸਟਰੋਲ ਵੱਧ ਰਿਹਾ ਹੈ? ਕਿਉਂਕਿ ਸਾਡੀ ਜ਼ਿੰਦਗੀ ਮਰਿਆਦਾ 'ਚ ਨਹੀਂ ਹੈ, ਸਾਡਾ ਜੀਵਨ ਮਰਿਆਦਾ 'ਚ ਨਹੀਂ ਹੈ, ਡਿਸਿਪਲਿਨ 'ਚ ਨਹੀਂ ਹੈ। ਹੁਣ ਜਿਹੜਾ ਗੁਰਬਾਣੀ ਤੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਤੁਰ ਪਵੇਗਾ, ਉਹਦਾ ਖਾਣਾ, ਉਹਦਾ ਪੀਣਾ, ਉਹਦਾ ਸੌਣਾ, ਉਹਦਾ ਹੱਸਣਾ, ਉਹਦਾ ਪਹਿਨਣਾ, ਗੱਲ ਕੀ ਉਹਦਾ ਬੋਲਣਾ, ਹਰ ਇੱਕ ਚੀਜ਼ ਇੱਕ ਮਰਿਆਦਾ ਤੇ ਡਿਸਿਪਲਿਨ ਵਿੱਚ ਹੋਵੇਗਾ। ਆਪਾਂ ਪਿੱਛੇ ਜੇ ਵਿਚਾਰ ਕੀਤੀ ਹੈ ਸ਼੍ਰੀ ਰਾਗ ਦੇ ਵਿੱਚੋਂ ਪਾਵਨ ਸ਼ਬਦ ਦੀ, ਜਿਹਦੇ ਵਿੱਚ ਸਤਿਗੁਰੂ ਗੁਰਦੇਵ ਜੀ ਨੇ ਬੜੀ ਲੰਬੀ ਲਿਸਟ ਖਿੱਚੀ ਸੀ, ਜਿਹਦੇ ਵਿੱਚ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀ ਹੈ, ਮਨ ਮੈਂ ਚਲੇ ਵਿਕਾਰ ਦੀ ਗੱਲ ਸਮਝਾਈ ਸੀ। ਮਨੁੱਖ ਦਾ ਵੈਰੀ ਕੋਈ ਹੋਰ ਨਹੀਂ, ਸੱਚ ਜਾਣਿਓ ਮਨੁੱਖ ਆਪਣਾ ਵੈਰੀ ਆਪ ਹੈ। ਇਹਦੇ ਅੰਦਰ ਇਤਨੇ ਕੁ ਝੂਠ ਪਾਲੇ ਹੋਏ ਨੇ, ਇਹਨੇ ਇਤਨੇ ਕੁ ਗੁਨਾਹਾਂ ਅੰਦਰ ਪਾਲੇ ਹੋਏ ਨੇ, ਆਪਣੇ ਅੰਦਰ ਇਤਨੇ ਕੁ ਅਵਗੁਣ ਪਾਲੇ ਹੋਏ ਨੇ, ਤੇ ਉਹਨਾਂ ਅਵਗੁਣਾਂ ਤੇ ਉਸ ਝੂਠ ਤੇ ਉਸ ਗੁਨਾਹਾਂ ਨੂੰ ਛੁਪਾਉਣ ਵਾਸਤੇ ਇਹਨੇ ਬਾਹਰ ਇੱਕ ਭੋਲੇ ਭਾਲੇ ਰੂਪ ਦੇ ਵਿੱਚ ਇੱਕ ਨਕਾਬ ਓੜਿਆ। ਹੁਣ ਜਦੋਂ ਕਿਤੇ ਇਹਨੂੰ ਇੰਜ ਲੱਗਦਾ ਹੈ ਨਾ ਕਿ ਵੀ ਮੇਰੀ ਜਿਹੜਾ ਅੰਦਰ ਸੱਚ ਬੈਠਾ ਹੈ, ਮੇਰੇ ਅੰਦਰ ਜਿਹੜੇ ਅਵਗੁਣ ਬੈਠੇ ਨੇ, ਇੱਥੇ ਆ ਕੇ ਲੋਕਾਂ ਨੂੰ ਪਤਾ ਲੱਗ ਸਕਦਾ ਹੈ, ਉੱਥੇ ਇਹ ਖੋਛਾ ਹੋ ਜਾਂਦਾ ਹੈ, ਬੁਖਲਾਹਟ ਵਿੱਚ ਆ ਜਾਂਦਾ ਹੈ। ਗੱਲ ਕੀ ਇਹਦੇ ਅੰਦਰ ਇਹਨੇ ਇਤਨੇ ਕੁ ਅਪਰਾਧ ਆਪਣੇ ਅੰਦਰ ਕਮਾਏ ਹੋਏ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ, ਕੁਝ ਲੁਕਿਆ ਥੋੜੀ ਹੈ ਸਾਡੇ ਤੋਂ। ਕੱਲ ਦੇ ਸ਼ਬਦ ਵਿੱਚ ਆਪਾਂ ਵਿਚਾਰਿਆ ਸੀ ਨਾ, ਸਤਿਗੁਰੂ ਕਹਿੰਦੇ ਮੇਰੇ ਕੋ ਕੀ ਲੁਕਾਵੇਂਗਾ ਤੂੰ, ਮੈਨੂੰ ਤੇ ਤੇਰੇ ਇੱਕ ਇੱਕ ਸਵਾਸ ਦੀ, ਇੱਕ ਇੱਕ ਰਗ ਦਾ ਮੈਨੂੰ ਤੇਰੇ ਪਤਾ ਹੈ ਵੀ ਤੂੰ ਕਿਵੇਂ ਗਿਰਗਟ ਵਾਂਗੂ ਰੰਗ ਬਦਲਦਾ। ਗਿਰਗਟ ਤੇ ਐਵੇਂ ਬਦਨਾਮ ਕੀਤੀ ਹੈ, ਸੱਚ ਜਾਣਿਓ ਮਨੁੱਖ ਹੈ ਜੋ ਪਲ ਪਲ ਤੇ ਰੰਗ ਬਦਲਦਾ। ਇੱਕ ਸੈਕਿੰਡ ਵਿੱਚ ਪਤਾ ਨਹੀਂ ਕਿੰਨੇ ਰੰਗ ਬਦਲ ਜਾਂਦਾ ਹੈ, ਕਿਉਂਕਿ ਇਹਦੇ ਅੰਦਰ ਸੱਚਾਈ ਨਹੀਂ ਹੈ। ਇਹਦੇ ਅੰਦਰ ਇਤਨੇ ਕੁ ਅਪਰਾਧ ਛੁਪੇ ਪਏ ਨੇ। ਇਹਦੀ ਉਹ ਪੱਖ ਇਹਦਾ ਕਮਜ਼ੋਰੀ ਦਾ ਹੈ, ਤੇ ਉਸ ਪੱਖ ਨੂੰ ਛੁਪਾਉਣ ਵਾਸਤੇ ਇਹ ਬਾਹਰ ਦੇ ਕਰਮਕਾਂਡ ਤੇ ਪਖੰਡਾਂ ਵਿੱਚ ਜੀਵਨ ਜਿਉ ਰਿਹਾ।
ਹੁਣ ਗੁਰਮਤਿ ਕੀ ਕਹਿੰਦੀ ਹੈ, ਸਤਿਗੁਰ ਦੀ ਬਾਣੀ ਕੀ ਕਹਿੰਦੀ ਹੈ? ਸਾਹਿਬ ਕਹਿੰਦੇ ਮੈਨੂੰ ਦੋਗਲਾ ਜੀਵਨ ਨਹੀਂ ਚਾਹੀਦਾ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਜਿਹਦੇ ਮਨ ਵਿੱਚ ਕੁਝ ਹੋਰ ਚੱਲਦਾ ਪਿਆ ਹੈ ਤੇ ਮੂੰਹ ਦੇ ਵਿੱਚ ਕੁਝ ਹੋਰ ਚੱਲਦਾ ਪਿਆ ਹੈ, ਸਭ ਕਹਿੰਦੇ ਐਸੇ ਕੱਚੇ ਮਨੁੱਖਾਂ ਦਾ ਮੈਂ ਸੰਗ ਨਹੀਂ ਕਰਦਾ ਤੇ ਨਾ ਐਸੇ ਕੱਚੇ ਮਨੁੱਖਾਂ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਹੈ। ਅੱਜ ਸੱਚ ਜਾਣਿਓ, ਸਾਡੀ ਜ਼ਿੰਦਗੀ ਇਹੀ ਹੈ, ਅਸੀਂ ਮੂੰਹ ਤੇ ਕੁਝ ਹੋ ਰਹੇ ਹਾਂ ਤੇ ਅੰਦਰ ਕੁਝ ਹੋ ਰਿਹਾ। ਅੰਦਰ ਤੇ ਇਤਨੀ ਕੁ ਨਫ਼ਰਤ ਈਰਖਾ ਪਾ ਕੇ ਬੈਠੇ ਹਾਂ। ਤੇ ਗੁਰਬਾਣੀ ਦਾ ਜੀਵਨ ਜਿਹਨੇ ਜਿਉਣਾ ਹੈ ਨਾ, ਉਹਨੂੰ ਐਨ ਆਪਣਾ ਹਿਰਦਾ ਸਾਫ਼ ਕਰਨਾ ਪਵੇਗਾ, ਬਿਲਕੁਲ ਨਿਰਮਲ, ਬਿਲਕੁਲ ਐਨ ਦੁੱਧ ਵਾਂਗੂ ਚਿੱਟਾ ਹਿਰਦਾ, ਜਿਹਦੇ ਉੱਤੇ ਮੈਲ ਦੀ ਇੱਕ ਕਾਲਕ ਦੀ ਇੱਕ ਲੀਕ ਵੀ ਨਹੀਂ ਚਾਹੀਦੀ। ਉਹਦੇ ਵਾਸਤੇ ਕੀ ਕਰਨਾ ਪਏਗਾ? ਫਿਰ ਕੇਵਲ ਕੰਨਾਂ ਤੋਂ ਗੁਰਬਾਣੀ ਸੁਣ ਕੇ ਤੇ ਨਹੀਂ ਨਾ ਜੀ ਗੱਲ ਬਣ ਜਾਣੀ। ਕੇਵਲ ਰੋਜ਼ ਸਵੇਰੇ ਕਥਾ ਸੁਣ ਲਈ, ਟੀਵੀ ਤੇ ਸੁਣ ਲਈ, ਕਿੰਨਾ ਅੱਜ ਪ੍ਰਚਾਰ ਹੋ ਰਿਹਾ, ਕੀਰਤਨ ਦਰਬਾਰ ਹੋ ਰਹੇ ਨੇ, ਕਥਾ ਪ੍ਰੋਗਰਾਮ ਚੱਲ ਰਹੇ ਨੇ, ਪਰ ਮਨੁੱਖ ਉੱਥੇ ਦਾ ਉੱਥੇ ਹੀ ਖਲੋਤਾ ਹੈ। ਜਿਵੇਂ ਇੱਕ ਤੇਲੀ ਦਾ ਬਲਦ ਸਾਰਾ ਦਿਨ ਕੋਲੂ ਦੇ ਆਲੇ ਦੁਆਲੇ ਘੁੰਮਦਾ ਹੈ, ਉੱਥੇ ਦਾ ਉੱਥੇ ਹੀ ਖਲੋਤਾ ਰਹਿੰਦਾ ਹੈ। ਇਵੇਂ ਹੀ ਅਸੀਂ ਧਾਰਮਿਕ ਕਰਮ ਕਾਂਡ ਸਭ ਕੁਝ ਕਰ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਸੁਣ ਰਹੇ ਹਾਂ, ਕੀਰਤਨ ਦਰਬਾਰ ਹੋ ਰਹੇ ਨੇ, ਲੰਗਰ ਲਾਏ ਜਾ ਰਹੇ ਨੇ, ਸੇਵਾਵਾਂ ਕੀਤੀਆਂ ਜਾ ਰਹੀਆਂ, ਸਭ ਕੁਝ ਹੋ ਰਹੀਆਂ ਨੇ, ਪਰ ਆਪਣੇ ਆਪ ਨੂੰ ਪੁੱਛ ਕੇ ਵੇਖੀਏ ਕਿਤੇ ਅਸੀਂ ਇੱਕ ਰਤਿਕ ਮਾਤਰ ਵੀ ਕਦਮ ਅੱਗੇ ਤੋਰਿਆ ਹੈ? ਕਦਮ ਤੇ ਉੱਥੇ ਦਾ ਉੱਥੇ ਹੀ ਖਲੋਤਾ ਹੈ। ਇਹ ਪ੍ਰਕਿਰਿਆਵਾਂ ਤੇ ਚੱਲ ਰਹੀਆਂ ਨੇ, ਪਰ ਜੀਵਨ ਦੇ ਵਿੱਚ ਬਦਲਾਵ ਕਿਤੇ ਵੀ ਨਹੀਂ ਆ ਰਿਹਾ, ਨਾ ਪ੍ਰਚਾਰਕ ਦੇ ਤੇ ਨਾ ਸੰਗਤ ਦੇ, ਕਿਉਂਕਿ ਕੰਨ ਰਸ ਦਾ ਮਟੀਰੀਅਲ ਹੈ ਸਾਡਾ। ਹੁਣ ਸਤਿਗੁਰ ਦੀ ਮੱਤ ਕੀ ਕਹਿੰਦੀ ਹੈ? ਸਾਹਿਬ ਕਹਿੰਦੇ ਮੈਂ ਚਾਹੁੰਦਾ ਵੀ ਤੂੰ ਅੰਦਰੋਂ ਬਾਹਰੋਂ ਨਿਰਮਲ ਹੋਵੇਂ, ਅੰਦਰੋਂ ਨਿਰਮਲ ਬਾਹਰੋਂ ਨਿਰਮਲ। ਪਰ ਉਹਦਾ ਤਰੀਕਾ ਕੀ ਹੈ, ਟੈਕਨੀਕ ਕੀ ਹੈ ਅੰਦਰੋਂ ਬਾਹਰੋਂ ਨਿਰਮਲ ਹੋਣ ਦੀ? ਸਤਿਗੁਰ ਤੇ ਕਰਨੀ ਕਮਾਣੀ। ਸਤਿਗੁਰ ਦੀ ਮੱਤ ਤੇ ਚੱਲ ਕੇ ਆਪਣੇ ਜੀਵਨ ਨੂੰ ਗੁਰੂ ਦੀ ਮੱਤ ਤੇ ਜੀ, ਗੁਰੂ ਦੇ ਦੱਸੇ ਹੋਏ ਜੀਵਨ ਨੂੰ ਅਪਣਾ ਕੇ ਵੇਖ, ਗੁਰੂ ਰੂਪੀ ਵੈਦ ਦਾ ਹੁਕਮ ਮੰਨ ਕੇ ਵੇਖ, ਤੇਰੇ ਰੋਗ ਜੀਵਨ ਦੇ ਵਿੱਚੋਂ ਮੁਕਤ ਹੋ ਜਾਣਗੇ। ਸੋ ਅੱਜ ਦਾ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਇਸੇ ਪ੍ਰਥਾਏ ਹੈ। ਧੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਸ਼ਬਦ ਹੈ। ਸ਼੍ਰੀ ਰਾਗ ਦੇ ਵਿੱਚੋਂ ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੇ ਵਿੱਚੋਂ ਅੱਜ ਦਾ ਸ਼ਬਦ ਨੰਬਰ 57 ਨੰਬਰ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 36 ਦੇ ਉੱਤੇ ਸੁਭਾਏਮਾਨ ਹੈ ਤੇ ਆਥਰ ਨੇ ਧੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ। ਹੁਣ ਅੱਜ ਦੇ ਇਸ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਬੜੀ ਪਿਆਰੀ ਗੱਲ ਕਹਿ ਰਹੇ। ਸਤਿਗੁਰੂ ਜੀ ਕੇ ਸਾਹਮਣੇ ਵਿਚਾਰ ਚਰਚਾ ਚੱਲ ਰਹੀ ਹੈ। ਕਹਿ ਰਹੇ ਨੇ ਧਾਰਮਿਕ ਆਪਣੇ ਆਪ ਨੂੰ ਮੰਨਣ ਵਾਲੇ ਉਸ ਸਮੇਂ ਦੇ ਲੋਕ, ਕਹਿੰਦੇ ਜਮਾਂ ਦੀ ਫਾਹੀ ਜਿਹੜੀ ਹੈ ਨਾ, ਉਹ ਅੱਗੇ ਜਾ ਕੇ ਜੀਵ ਨੂੰ ਪੈਂਦੀ ਹੈ। ਮਨੁੱਖ ਦਾ ਜੀਵਨ ਜਮਾਂ ਦੇ ਵਸ ਵਿੱਚ ਪੈਂਦਾ ਹੈ। ਹੁਣ ਸਤਿਗੁਰੂ ਜੀ ਉਹਨਾਂ ਨੂੰ ਇਸ ਗੱਲ ਨੂੰ ਸਮਝਾ ਰਹੇ ਨੇ, ਭਾਈ ਜੰਮ ਕਿਹੜੇ ਨੇ, ਆਵਾਗਮਨ ਕੀ। ਬੜਾ ਪਿਆਰਾ ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ तमाम ਸਵਾਲਾਂ ਦੇ ਜਵਾਬ ਗੁਰਬਾਣੀ ਦੀ ਕਸਵੱਟੀ ਤੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਾਹਿਬ ਕਹਿੰਦੇ ਮਨ ਰੇ ਨਿਜ ਘਰ ਵਾਸਾ ਹੋਏ। ਨਿਜ ਘਰ ਦਾ ਅਰਥ ਹੁੰਦਾ ਆਪਣੇ ਘਰ ਵਿੱਚ, ਨਿਜ ਦਾ ਅਰਥ ਆ ਆਪਣਾ ਘਰ। ਰਾਰੇ ਨੂੰ ਸਿਹਾਰੀ ਲੱਗੀ ਹੈ, ਭਾਵ ਆਪਣੇ ਘਰ ਦੇ ਵਿੱਚ। ਹੁਣ ਮਨੁੱਖ ਦਾ ਆਪਣਾ ਘਰ ਕਿਹੜਾ ਹੈ? ਅਸੀਂ ਕਵਾਂਗੇ ਵੀ ਮੈਂ ਬੰਗਲਾ ਖੜਾ ਕੀਤਾ ਹੈ $10 ਮਿਲੀਅਨ ਦਾ ਜਾਂ 1 ਕਰੋੜ ਰੁਪਈਏ ਦਾ, ਸ਼ਾਇਦ ਇਹ ਮੇਰਾ ਆਪਣਾ ਘਰ ਆ। ਨਹੀਂ, ਇਹ ਘਰ ਨਹੀਂ ਹੈ ਸਾਡਾ, ਕਿਉਂਕਿ ਜਿਹੜਾ ਆਪਣਾ ਘਰ ਹੁੰਦਾ ਨਾ, ਉਹ ਛੱਡ ਕੇ ਨਹੀਂ ਜਾਈਦਾ। ਇਹ ਸਾਨੂੰ ਛੱਡ ਕੇ ਜਾਣਾ ਪੈਣਾ। ਜਿਵੇਂ ਅਸੀਂ ਕਿਰਾਏ ਤੇ ਕਿਸੇ ਦੇ ਘਰ ਰਹਿ ਰਹੇ ਹਾਂ ਨਾ, ਇਵੇਂ ਅਸੀਂ ਆਹ ਸੰਸਾਰੀ ਘਰ ਇੱਕ ਕਿਰਾਏ ਤੇ ਆ। ਵੱਖਰੀ ਗੱਲ ਅਸੀਂ ਇਹ ਦਾਅਵਾ ਕਰੀ ਜਾਈਏ ਵੀ ਆ ਮੈਂ ਪੈਸੇ ਕਮਾ ਕੇ ਲਾਏ, ਉਹ ਵੱਖਰੀ ਗੱਲ ਆ, ਕਿਉਂਕਿ ਨਾਲ ਜਾਣਾ ਹੀ ਕੋਈ ਨਹੀਂ। ਆ ਇੱਟਾਂ ਦਾ ਘਰ ਕਿਤੇ ਨਾਲ ਥੋੜੀ ਜਾਣਾ, ਇੱਥੇ ਰਹਿ ਜਾਣਾ, ਕਿਸੇ ਨੇ ਨਾਲ ਨਹੀਂ ਜਾਣਾ। ਤੋ ਸਾਹਿਬ ਕਹਿੰਦੇ ਨਿਜ ਘਰ ਕਿਹੜਾ ਹੈ? ਨਿਜ ਘਰ ਆ ਆਪਣਾ ਅੰਤਰ ਆਤਮਾ। ਆ ਜਿਹੜਾ ਹਿਰਦਾ ਘਰ ਆ, ਆ ਨਿਜ ਘਰ ਆ, ਇਹ ਆਪਣਾ ਘਰ ਆ, ਇਹ ਸਰੀਰ ਆਪਣਾ ਘਰ ਆ। ਸਾਹਿਬ ਕਹਿੰਦੇ ਨੇ, ਹੇ ਮਨੁੱਖ, ਆਪਣੇ ਅੰਤਰ ਆਤਮੇ ਝਾਤੀ ਮਾਰ ਕੇ ਵੇਖ। ਕੀ ਵੇਖ? ਵਾਸਾ ਹੋਏ। ਤੇਰੇ ਹਿਰਦੇ ਘਰ ਦੇ ਵਿੱਚ ਹੀ ਤੇਰੇ ਨਾਲ ਬੈਠਾ ਹੈ ਇਸ ਘਰ ਦਾ ਮਾਲਕ, ਪਰਿਪੂਰਨ ਪਰਮਾਤਮਾ।
ਜੋ ਤੇਰਾ ਨਿਵਾਸ ਬਣਾਇਆ ਜਿਸਨੇ, ਜਿਸ ਤੇਰੇ ਘਰ ਵਿੱਚ ਜੋ ਰਹਿ ਰਿਹਾ ਹੈ। ਤੇ ਤੇਰਾ ਨਿੱਜ ਘਰ ਕੀ ਹੈ? ਪ੍ਰਮਾਤਮਾ ਦੇ ਗੁਣਾਂ ਦੇ ਵਿੱਚ ਸਮਾਉਣਾ, ਪ੍ਰਮਾਤਮਾ ਦੇ ਗੁਣਾਂ ਦੇ ਵਿੱਚ ਸਮਾਉਣਾ। ਹੁਣ ਤੁਸੀਂ ਇਹ ਬਾਰ-ਬਾਰ ਗੁਰਬਾਣੀ ਦੇ ਵਿੱਚ, ਮੈਂ ਇੱਥੇ ਥੋੜ੍ਹੀ ਜਿਹੀ ਗੱਲ 1 ਮਿੰਟ ਰੁਕਣਾ ਚਾਹੁੰਦਾ। ਬਾਰ-ਬਾਰ ਬਾਣੀ ਦੇ ਵਿੱਚ ਸਾਹਿਬ ਜੀ ਪ੍ਰਮਾਤਮਾ ਤੋਂ ਹੀ ਗੱਲ ਚਾਲੂ ਕਰਦੇ ਨੇ, ਬਾਰ-ਬਾਰ ਪ੍ਰਮਾਤਮਾ ਦੇ ਘਰ ਦੀ ਗੱਲ ਸਮਝਾਉਂਦੇ ਨੇ, ਬਾਰ-ਬਾਰ ਕਹਿੰਦੇ ਨੇ ਪ੍ਰਮਾਤਮਾ ਨੂੰ ਚੇਤੇ ਕਰ, ਚੇਤੇ ਕਰ। ਭਲਾ ਕਿਉਂ ਬਾਰ-ਬਾਰ ਇਹ ਗੱਲ ਹਰ ਸ਼ਬਦ ਵਿੱਚ ਤਕਰੀਬਨ ਗੁਰੂ ਸਾਹਿਬ ਜੀ ਰਿਪੀਟ ਕਰ ਰਹੇ ਨੇ? ਕਿਉਂ ਭਲਾ? ਕਿਉਂਕਿ ਮਨੁੱਖ ਇਸ ਸੰਸਾਰ ਦੇ ਵਿੱਚ ਗੁਲਾਮ ਹੋਇਆ ਫਿਰਦਾ ਹੈ ਵਿਕਾਰਾਂ ਦਾ। ਮਨੁੱਖ ਇਸ ਸੰਸਾਰ ਦੇ ਵਿੱਚ ਆਪਣੀ ਬਾਦਸ਼ਾਹੀ ਭੁੱਲ ਚੁੱਕਿਆ ਹੈ ਤੇ ਸੰਸਾਰ ਦੀਆਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਇਸ ਸੰਸਾਰ ਰੂਪੀ ਘਰ ਨੂੰ, ਇਸ ਝੂਠੇ ਘਰ ਨੂੰ ਆਪਣਾ ਬਣਾ ਕੇ ਬੈਠਾ। ਹੁਣ ਸਤਿਗੁਰੂ ਜੀ ਯਾਦ ਕਰਾਉਂਦੇ ਨੇ ਬਾਰ-ਬਾਰ, ਨਹੀਂ ਤੂੰ ਇਹੋ ਜਿਹਾ ਨਹੀਂ ਸੀ, ਤੈਨੂੰ ਇਹੋ ਜਿਹਾ ਜੀਵਨ ਨਹੀਂ ਸੀ ਮਿਲਿਆ। ਤੂੰ ਤੇ ਇੱਕ ਪਿਆਰਾ ਤੇ ਸੱਚੇ ਨਿਰੰਕਾਰ ਨਾਲ ਇੱਕਮਿਕ ਹੋਣ ਵਾਸਤੇ ਜੀਵਨ ਲੈ ਕੇ ਆਇਆ ਸੀ। ਇਸ ਆਤਮਾ ਨੂੰ ਪੁੱਛ ਕੇ ਵੇਖ, ਕਿਤੇ ਇਹਦੇ ਦੁੱਖੜੇ ਸੁਣ ਕੇ ਵੇਖ, ਇਹ ਕਿਤਨੀ ਵਿਆਕੁਲ ਹੈ, ਕਿੰਨੀ ਤੜਫ ਰਹੀ ਹੈ ਪ੍ਰਮਾਤਮਾ ਨਾਲ ਮਿਲਣ ਵਾਸਤੇ। ਪਰ ਤੂੰ ਇਸ ਆਤਮਾ ਨੂੰ ਵੀ ਉਲਝਾਇਆ ਹੋਇਆ ਹੈ, ਭਰਮ ਦੇ ਵਿੱਚ ਪਾਇਆ ਹੋਇਆ ਹੈ, ਇਹਨੂੰ ਵੀ ਸੰਸਾਰ ਦੇ ਇਹੋ ਜਿਹੇ ਮਾਇਆ ਦੇ ਜਾਲ ਵਿੱਚ ਫਸਾ ਲਿਆ। ਤੂੰ ਇਹਦੀ ਵੀ ਨਹੀਂ ਸੁਣਦਾ, ਆਪਣੀਆਂ ਹੀ ਕਰੀ ਜਾਂਦਾ ਹੈ, ਆਪਣੀਆਂ ਹੀ ਮਨ ਆਈਆਂ ਮਨਾਈ ਜਾਂਦਾ ਹੈ, ਆਪਣੀ ਮਰਜ਼ੀ ਦੇ ਧਰਮ ਪੂਜੀ ਜਾਂਦਾ ਹੈ, ਆਪਣੀ ਮਰਜ਼ੀ ਦੇ ਨਾਲ ਹੀ, ਆਪਣੀ ਮਰਜ਼ੀ ਨਾਲ ਹੀ ਅਰਥ ਕੱਢੀ ਜਾਂਦਾ ਹੈ। ਕਿਉਂ ਨਹੀਂ ਸਮਝਦਾ ਕਿ ਸੱਚ ਕੀ ਹੈ? ਕਿਉਂ ਇਸ ਸੱਚ ਤੋਂ ਭੱਜਦਾ ਹੈ? ਸੱਚ ਆ ਮਨ ਰੇ ਨਿਜ ਕਰ ਵਾਸਾ ਹੋਏ। ਹੇ ਮੇਰੇ ਮਨ, ਅੰਤਰ ਆਤਮੇ ਪ੍ਰਮਾਤਮਾ ਦੇ ਗੁਣਾ ਰੂਪੀ ਚਰਨਾਂ ਦੇ ਵਿੱਚ ਵੇਖ ਟਿਕ ਕੇ ਤੇਰਾ ਨਿਵਾਸ ਸਦੀਵੀ ਬਣਿਆ ਰਹੇਗਾ। ਉਸ ਘਰ ਦੇ ਵਿੱਚ ਤੂੰ ਟਿਕਣਾ ਹੈ, ਆਪਣੇ ਅੰਤਰ ਆਤਮੇ। ਸਭ ਕੁਝ ਇੱਥੇ ਹੀ ਹੈ। ਸਭ ਕਹਿੰਦੇ ਨੇ ਜੋ ਕੁਝ ਆ ਤੇਰੇ ਅੰਦਰ ਆ। ਜੇ ਬਾਹਰ ਜਾਵੇਂਗਾ, ਬਾਹਰ ਟੋਲੇ ਸੋ ਭਰਮ ਭੁਲਾਹੀ। ਜੇ ਬਾਹਰ ਜਾਵੇਂਗਾ ਤੇ ਭਰਮ ਤੇ ਭੁਲੇਖਿਆਂ 'ਚ ਰਵੇਂਗਾ। ਅੱਜ ਸਿੱਖ ਕਿਉਂ ਭਰਮ ਰਿਹਾ ਹੈ? ਕਿਉਂਕਿ ਇਹ ਬਾਹਰ ਤੋਂ ਸਮਾਧਾਨ ਲੱਭ ਰਿਹਾ ਹੈ, ਗ੍ਰੰਥੀਆਂ ਤੋਂ, ਗੁਸਤਾਖੀ ਮਾਫ ਅਖੌਤੀ ਸਾਧਾਂ ਤੋਂ, ਪ੍ਰਚਾਰਕਾਂ ਤੋਂ, ਜੋਤਸ਼ੀਆਂ ਤੋਂ ਬਾਹਰ ਲੱਭ ਰਿਹਾ। ਚਾਹੀਦਾ ਤੇ ਇਹ ਸੀ ਕਿ ਇਹ ਆਪਣੇ ਘਰ ਵਿੱਚ ਲੱਭਦਾ, ਆਪਣੇ ਅੰਤਰ ਆਤਮੇ ਦੀ ਖੋਜ ਕਰਦਾ, ਆਪਣੇ ਅੰਦਰ ਦੀ ਪੜਚੋਲ ਕਰਦਾ। ਬੜੀ ਪਿਆਰੀ ਗੱਲ ਸਾਹਿਬ ਬਾਣੀ 'ਚ ਕਹਿੰਦੇ ਇਸ ਨੂੰ ਬਾਹਰ ਬਾਰੇ ਬਹੁਤ ਕੁਝ ਪਤਾ ਹੈ। ਪੁੱਛ ਕੇ ਦੇਖ ਲਓ ਕਿੰਨਾ ਗਿਆਨ ਹੈ ਇਹਨੂੰ ਬਾਹਰ ਦਾ, ਪਰ ਆਪਣੇ ਬਾਰੇ ਇਹਨੂੰ ਪੁੱਛ ਕੇ ਵੇਖ ਲਓ, ਤੇਰੇ ਬਾਰੇ ਕੋਈ ਗਿਆਨ ਆ? ਆਪਣੇ ਬਾਰੇ ਇਹਨੂੰ ਕੱਖ ਨਹੀਂ ਪਤਾ। ਸਾਰਾ ਧਿਆਨ ਹੀ ਦੂਜਿਆਂ ਬਾਰੇ ਹੈ। ਤੇ ਜਦ ਤੱਕ ਇਹ ਬਾਹਰ ਦੀ ਦੁਨੀਆ ਦੇ ਵਿੱਚ ਜੁੜੇਗਾ ਨਾ, ਅੰਦਰ ਸੱਚ ਨਹੀਂ ਮਿਲੇਗਾ। ਅੱਜ ਸਾਡੇ ਵਿੱਚ ਵੀ ਇਹੀ ਟਕਰਾਵਿਆ, ਕਿਉਂਕਿ ਅਸੀਂ ਗੁਰਬਾਣੀ ਦਾ ਗਿਆਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਜੀ ਦੀਆਂ ਸਾਨੂੰ ਜਿਹੜੀਆਂ ਸਿੱਖਿਆਵਾਂ ਨੇ ਉਹ ਆਪਣੇ ਅੰਦਰ ਤਰਾਸ਼ਣ ਦੀਆਂ ਨੇ। ਗੁਰਬਾਣੀ 'ਚ ਬਾਰ-ਬਾਰ ਸ਼ਬਦ ਆਉਂਦੇ ਆ, ਆਪਣੇ ਅੰਦਰ ਵਾਚ, ਆਪਣੇ ਜੀਵਨ ਨੂੰ ਸੰਭਾਲ, ਆਪਣੇ ਆਪ ਨੂੰ ਸੰਵਾਰ, ਆਪਣੇ ਆਪ ਦੀ ਪੜਚੋਲ ਕਰ, ਆਪਣੇ ਆਪ ਨੂੰ ਲੱਭ। ਪਰ ਸਾਡੀ ਜ਼ਿੰਦਗੀ ਕਹਿੰਦੀ ਹੈ ਅਸੀਂ ਬਾਹਰ ਦੀਆਂ ਦੁਨੀਆ ਬਾਰੇ ਜਾਣਨਾ ਬਹੁਤ ਕੁਝ ਚਾਹੁੰਦੇ ਹਾਂ, ਅੰਦਰ ਆਤਮੇ ਕੁਝ ਨਹੀਂ ਜਾਣਨਾ ਚਾਹੁੰਦੇ। ਜਦ ਤੱਕ ਆਪਣੇ ਆਪੇ ਨੂੰ ਨਹੀਂ ਚੀਨਦੇ। ਗੁਰਬਾਣੀ ਆਪਾ ਚੀਨਣ ਦਾ ਵਿਸ਼ਾ ਹੈ, ਆਪਣੀ ਪੜਚੋਲ ਦਾ ਵਿਸ਼ਾ ਹੈ। ਅੱਜ ਕਿਉਂ ਨਹੀਂ ਉਹ ਰਸ? ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਇੱਕ ਕੌਡੇ ਨੂੰ ਕਹਿੰਦੇ ਨੇ, ਭਾਈ ਆ ਤੇਰਾ ਜੀਵਨ ਕਿਰਦਾਰ ਜਿਹੜਾ ਨਾ, ਇਹ ਧਰਮ ਦਾ ਨਹੀਂ ਹੈ, ਧਰਮ ਦਾ ਨਹੀਂ ਹੈ। ਐਵੇਂ ਤੂੰ ਲੋਕਾਂ ਨੂੰ ਮਾਰੀ ਜਾਵੇਂਗਾ ਤੇ ਜੇ ਸੋਚੇਗਾ ਵੀ ਐਵੇਂ ਕਰਕੇ ਤੂੰ ਆਪਣੀ ਹਸਤੀ ਜਿਹੜੀ ਹੈ ਸੱਚ ਦੀ ਬਣਾ ਲਵੇਂਗਾ, ਐਵੇਂ ਨਹੀਂ ਬਣਨੀ। ਜੇ ਚਾਹੁੰਦਾ ਕਿ ਲੋਕੀ ਤੇਰੇ ਨਾਲ ਜੁੜਨ, ਤੇਰੇ ਗੱਲ ਨੂੰ ਸਮਝਣ, ਤੇਰੇ ਨਾਲ ਖੜਨ, ਫਿਰ ਕੱਲ ਪਤਾ ਕੀ ਕਰ, ਆਹ ਬਿਰਤੀ ਪਹਿਲਾਂ ਆਪਣੀ ਖਤਮ ਕਰ, ਆਪਣੇ ਅੰਦਰ ਗਿਆਨ, ਆਪਣੇ ਆਪ ਦੀ ਪੜਚੋਲ ਕਰ, ਆਪਣੇ ਆਪ ਨੂੰ ਸਮਝ, ਪਿਆਰ ਦੀ ਭਾਸ਼ਾ ਨਾਲ ਗੱਲ ਕਰ, ਇਹ ਤੇਰੀ ਗੱਲ ਸਮਝਣ ਲੱਗ ਪੈਣਗੇ। ਹੁਣ ਇਹੀ ਗੱਲ ਮਲਕ ਭਾਗੋ ਨੂੰ ਵੀ ਸਮਝਾਈ ਜਾ ਰਹੀ ਹੈ ਤੇ ਸਾਨੂੰ ਵੀ ਇਹੀ ਗੱਲ ਸਮਝਾਈ ਜਾ ਰਹੀ ਹੈ। ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਆਪਣੇ ਘਰ ਵਿੱਚ ਨਹੀਂ ਲੱਭਣਾ ਚਾਹੁੰਦੇ, ਆਪਣੇ ਘਰ ਦੇ ਵਿੱਚ ਝਾਤੀ ਨਹੀਂ ਮਾਰਨਾ ਚਾਹੁੰਦੇ। ਅਸੀਂ ਦੂਜਿਆਂ ਦੇ ਘਰ ਵਿੱਚ ਵੇਖਣਾ ਚਾਹੁੰਦੇ ਹਾਂ ਵੀ ਦੂਜੇ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਹੈ। ਸਭ ਕਹਿੰਦੇ ਸੁੱਖ ਨਹੀਂ ਮਿਲੇਗਾ, ਆਤਮਿਕ ਸ਼ਾਂਤੀ ਨਹੀਂ ਮਿਲੇਗੀ। ਜਦ ਤੱਕ ਇਹ ਅੱਖਾਂ ਬਾਹਰ ਲੱਭਣਗੀਆਂ ਕੱਖ ਨਹੀਂ ਮਿਲੇਗਾ। ਜਿੱਦਣ ਅੰਤਰ ਆਤਮੇ ਲੱਭਣਗੀਆਂ, ਇਸ ਮਨ ਕੋ ਕੋਈ ਖੋਜੋ ਪਾਈ, ਖੋਜ ਕੇ ਵੇਖ।
ਸਾਹਿਬ ਜੀ ਬਾਰ-ਬਾਰ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਆਪਣੇ ਦਿਲ ਨੂੰ ਰੋਜ਼ ਖੋਜ, ਰੋਜ਼ ਆਪਣੇ ਦਿਲ ਦੀਆਂ ਗਹਿਰਾਈਆਂ ਤੱਕ ਜਾ, ਆਪਣੇ ਆਪ ਦੇ ਨਾਲ ਕਿਤੇ ਸਮਾਂ ਗੁਜ਼ਾਰ ਕੇ ਵੇਖ ਤੂੰ ਕਿਵੇਂ ਹੈ। ਸੱਚ ਜਾਣੀ, ਜਿੱਦਣ ਤੂੰ ਆਪਣੇ ਆਪ ਦੀ ਪੜਚੋਲ ਕਰਨ ਲੱਗ ਪਵੇਂਗਾ ਨਾ, ਤੈਨੂੰ ਆਪਣੇ ਘਰ ਦੀ ਸਮਝ ਆਉਣ ਲੱਗ ਪਵੇਗੀ ਕਿ ਮੇਰਾ ਘਰ ਕਿਹੜਾ ਹੈ, ਕਿਹੜਾ ਮੇਰਾ ਘਰ ਆ, ਮੈਂ ਕਿੱਥੇ ਜਾਣਾ ਹੈ, ਕਿੱਥੇ ਪਹੁੰਚਣਾ ਹੈ, ਮੇਰੀ ਜ਼ਿੰਦਗੀ ਮੈਨੂੰ ਕਾਹਤੋਂ ਮਿਲੀ ਹੈ, ਇਹ ਲਾਈਫ ਦਾ ਮੰਤਵ ਕੀ ਹੈ, ਇਹ ਜੀਵਨ ਦਾ ਮੰਤਵ ਕੀ ਹੈ। ਇੱਕ ਜੁਗਨੂ ਨੂੰ ਪੁੱਛ ਕੇ ਵੇਖੋ, ਚਮਕਦਾ ਹੈ। ਲਾਈਫ ਕਿੰਨੀ ਹੈ? ਕੁਝ ਸੈਕਿੰਡਾਂ ਦੀ। ਪਤੰਗੇ ਨੂੰ ਪੁੱਛ ਕੇ ਵੇਖੋ, ਕੁਝ ਸੈਕਿੰਡਾਂ ਦੀ ਲਾਈਫ ਆ। ਭੌਰੇ ਨੂੰ ਪੁੱਛ ਕੇ ਵੇਖੋ, ਇੱਕ ਸੈਕਿੰਡ ਦੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਹੈ, ਸਭ ਕੁਝ ਆਪਣਾ ਜਿਹੜਾ ਨਿਸ਼ਾਵਰ ਕਰ ਦਿੰਦਾ ਹੈ, ਬਸ ਇੱਕ ਪ੍ਰੇਮ ਵਾਸਤੇ, ਖੁਸ਼ੀ ਵਾਸਤੇ। ਸਾਡੀ ਜ਼ਿੰਦਗੀ 'ਚ ਤੇ ਅਸੀਂ ਪਕੜ ਕੇ ਬੈਠੇ ਹਾਂ। ਜਦ ਤੱਕ ਪਕੜ ਮਜ਼ਬੂਤ ਰਵੇਗੀ ਸੁੱਖ ਨਹੀਂ ਮਿਲਣਗੇ। ਮਨ ਰੇ ਨਿਜ ਕਰ ਵਾਸਾ ਹੋਏ। ਹੇ ਮੇਰੇ ਮਨ, ਅੰਤਰਾਤਮੇ ਝਾਤੀ ਮਾਰ ਕੇ ਵੇਖ, ਜਿਸ ਰੱਬ ਨੂੰ ਤੂੰ ਬਾਹਰ ਲੱਭਦਾ ਫਿਰਦਾ ਉਹ ਤੇਰੇ ਨਾਲ ਆ, ਤੇਰੇ ਅੰਗ ਸੰਗ ਆ। ਉਹਦੇ ਗੁਣਾਂ ਨੂੰ ਜੀਵਨ ਵਿੱਚ ਵਸਾ ਲਾ, ਉਹਦੇ ਚਰਨਾਂ ਦੇ ਵਿੱਚ ਸਦਾ ਵਾਸਤੇ ਤੈਨੂੰ ਨਿਵਾਸ ਮਿਲ ਜਾਵੇਗਾ। ਰਾਮ ਨਾਮ ਸਲਾਹੇ ਤੂੰ, ਫਿਰ ਆਵਣ ਜਾਣ ਨਾ ਹੋਏ। ਹੁਣ ਬੜਾ ਪਿਆਰਾ ਟੌਪਿਕ ਹੈ ਅੱਜ ਦਾ। ਉਹਨਾਂ ਦੀ ਗੁਰੂ ਸਾਹਿਬ, ਗੁਰੂ ਅਮਰਦਾਸ ਸਾਹਿਬ ਨਾਲ ਵਿਚਾਰ ਚੱਲ ਰਹੀ ਹੈ ਕਿ ਆਵਾਗਮਨ, ਆਵਣ ਜਾਣਾ ਕੀ ਹੈ। ਸਤਿਗੁਰੂ ਕਹਿੰਦੇ ਦਰਅਸਲ ਗੱਲ ਮੈਂ ਆਵਣ ਜਾਣ ਦੀ ਤੇ ਬੜੀ ਬਾਰ ਦੀ ਗੱਲ ਆ। ਮੈਂ ਇੰਨੀ ਗਰੰਟੀ ਚਾਹੁੰਦਾ ਆਪਣੇ ਗੁਰੂ ਦੇ ਕੋਲੋਂ। ਗੁਰਬਾਣੀ ਗਰੰਟੀ ਦਿੰਦੀ ਹੈ। ਗੁਰਬਾਣੀ ਜਿਹੜੀ ਹੈ ਨਾ, ਸਤਿਗੁਰੂ ਗੁਰਦੇਵ ਜੀ ਮਹਾਰਾਜ ਦਾ ਸਿਧਾਂਤ ਜਿਹੜਾ ਹੈ, ਸਭ ਕਹਿੰਦੇ ਮੈਂ ਕਹਿੰਦਾ ਤੂੰ ਫਾਲੋ ਕਰ ਰੱਖਾਂ ਗੁਰਮਤ ਨੂੰ। ਅੱਜ ਦੇ ਵਿੱਚ ਵਿਚਾਰ ਕੇ ਵੇਖਾਂ, ਵਿਚਰ ਕੇ ਵੇਖਾਂ, ਆਪਣੇ ਜੀਵਨ ਨੂੰ ਸੱਚ ਨਾਲ ਜੋੜ ਕੇ ਵੇਖਾਂ। ਮੈਂ ਤੈਨੂੰ ਇੱਕ ਗੱਲ ਦੀ ਤੇ ਗਰੰਟੀ ਦਿੰਦਾ ਹੈ, ਜਿੱਦਣ ਤੂੰ ਆਪਣੇ ਆਪ ਦੇ ਉੱਤੇ ਆਪਣੇ ਜੀਵਨ ਨੂੰ ਤਰਾਸ਼ਣ ਲੱਗ ਪਵੇਂਗਾ ਨਾ, ਆਵਣ ਜਾਣ ਵਾਲੀ ਖੇਡ ਹੀ ਜੀਵਨ ਚੋਂ ਮੁੱਕ ਜਾਊਗੀ। ਆ ਭਰਮ ਹੀ ਮੁੱਕ ਜਾਵੇਗਾ। ਆ ਜਿਹੜਾ ਭਰਮ ਭੁਲੇਖਾ ਪਾਇਆ ਗਿਆ ਨਾ ਲਾਈਫ ਦੇ ਵਿੱਚ, ਇਹ ਆਵਾਗਮਨ, ਜੰਮਣ ਮਰਨਾ, ਇਹ ਖਤਮ ਹੀ ਹੋ ਜਾਵੇਗਾ ਜੀਵਨ ਚੋਂ। ਇਹਦੀ ਆਸ ਹੀ ਮੁੱਕ ਜਾਵੇਗੀ। ਇਹ ਕਾਹਤੋਂ ਡਰੀਏ ਅਸੀਂ? ਕਿਉਂ ਡਰੀਏ ਅਸੀਂ? ਹੋਵੇ ਹੈਗਾ ਕਿ ਨਹੀਂ ਹੈਗਾ, ਸਾਡਾ ਇਹਦੇ ਨਾਲ ਕੀ ਲੈਣਾ ਦੇਣਾ? ਜੰਮਣ ਮਰਨ ਹੈਗਾ ਕਿ ਨਹੀਂ ਹੈਗਾ, ਆਵਾਗਮਨ ਹੈਗਾ ਕਿ ਨਹੀਂ ਹੈਗਾ, ਅੱਗੇ ਜੰਮ ਹੈਗੇ ਕਿ ਨਹੀਂ ਹੈਗੇ, ਸਾਡਾ ਇਹਦੇ ਨਾਲ ਕੀ ਲੈਣਾ ਦੇਣਾ? ਅੱਜ ਸਾਡੀ ਜਿੰਨੀ ਲੜਾਈ ਹੈ, ਜਿੰਨਾ ਪ੍ਰਚਾਰ ਆ, ਮਾਫ ਕਰਨਾ, ਸਾਡੀ ਲੜਾਈ ਇੱਥੇ ਹੀ ਹੈ। ਇੱਕ ਧਿਰ ਲੱਗੀ ਹੈ ਇਸ ਜ਼ੋਰ ਦੇ ਉੱਪਰ ਵੀ ਤੁਸੀਂ ਮੰਨੋ ਲੋਕ ਪਰਲੋਕ ਹੈਗਾ ਹੈ, ਤੁਸੀਂ ਮੰਨੋ ਦੇਵੀ ਦੇਵਤੇ ਹੈਗੇ ਆ, ਤੁਸੀਂ ਮੰਨੋ ਆਵਾਗਮਨ ਹੈਗਾ ਹੈ, ਤੁਸੀਂ ਮੰਨੋ ਮਨੁੱਖ ਦੇ ਜਨਮ ਮਰਨ ਹੈਗਾ ਹੈ। ਧੱਕੇ ਨਾ ਮਨਾਉਣ ਤੇ ਲੱਗੇ ਨੇ ਵੀ ਤੁਸੀਂ ਮੰਨੋ ਹੀ ਮੰਨੋ। ਵੀ ਕਿਉਂ ਮੰਨੀਏ? ਕਿਹੜੀ ਗੱਲੋਂ ਮੰਨ ਲਈਏ ਇਸ ਗੱਲ ਨੂੰ? ਸਾਡਾ ਇਹਨੂੰ ਮੰਨ ਕੇ ਫਾਇਦਾ ਕੀ ਹੈ? ਸਾਡਾ ਤੇ ਇਹ ਫਾਇਦਾ ਹੈ ਵੀ ਇਸ ਜੀਵਨ ਨੂੰ ਕਿਵੇਂ ਸੰਭਾਲੀਏ। ਗੱਲ ਅੱਜ ਦੀ ਕਰੀਏ ਨਾ ਕਿ ਕੀ ਕਰੀਏ ਕਿ ਇਹ ਡਰ ਹੀ ਮੁੱਕ ਜਾਵੇ, ਆ ਭੈੜੀ ਜੀਵਨ ਚੋਂ ਮੁੱਕ ਜਾਵੇ। ਅਸੀਂ ਕਿਉਂ ਉਹਨਾਂ ਦੀਆਂ ਚਾਕਰੀਆਂ ਕਰਦੇ ਫਿਰੀਏ? ਬਾਬਾ ਕਬੀਰ ਜੀ ਕਿੰਨੀ ਅਣਖ ਨਾਲ ਗੱਲ ਕਹਿੰਦੇ ਨੇ, ਕਹਿੰਦੇ ਹਮ ਕਾਹੂ ਕੀ ਕਾਨ ਨਾ ਕੱਢਤੇ। ਆ ਲੋਕਾਂ ਨੂੰ ਡਰਾਓ ਤੁਸੀਂ ਸਵਰਗ ਨਰਕ। ਅਸੀਂ ਨਹੀਂ ਡਰਦੇ, ਅਸੀਂ ਨਹੀਂ ਡਰਦੇ ਇਹਨਾਂ ਚੀਜ਼ਾਂ ਤੋਂ, ਕਿਉਂਕਿ ਸਤਿਗੁਰੂ ਮੇਰਾ ਮੁਕੰਮਲ ਹੈ, ਮੇਰਾ ਗੁਰੂ ਪੂਰਾ ਹੈ, ਮੇਰੇ ਗੁਰੂ ਬਾਣੀ ਦਾ ਸਿਧਾਂਤ ਪੂਰਾ ਹੈ। ਤੇ ਜਦੋਂ ਮੇਰੇ ਸਤਿਗੁਰ ਨੇ ਮੇਰੀਆਂ ਅੱਖਾਂ ਗਿਆਨ ਦੀਆਂ ਖੋਲ ਦਿੱਤੀਆਂ ਨੇ, ਫਿਰ ਮੈਂ ਆਹ ਮਨੁੱਖ ਦੇ ਬਣਾਏ ਹੋਏ ਦੇਵੀ ਦੇਵਤਿਆਂ ਨੂੰ ਕਿਉਂ ਮੰਨਾਂ? ਫਿਰ ਮੇਰੇ ਵਾਸਤੇ ਤੇ ਮੇਰਾ ਦੇਵਤਾ ਮੇਰਾ ਪ੍ਰਮਾਤਮਾ ਹੈ, ਮੇਰੇ ਵਾਸਤੇ ਤੇ ਮੇਰਾ ਵਾਹਿਗੁਰੂ ਹੀ ਸਭ ਕੁਝ ਆ। ਜਦ ਮੇਰਾ ਰੱਬ ਹੀ ਮੇਰਾ ਸਭ ਕੁਝ ਆ, ਮੇਰਾ ਵਾਹਿਗੁਰੂ ਹੀ ਸਭ ਕੁਝ ਆ, ਫਿਰ ਮੈਂ ਇਹਨਾਂ ਦੇ ਬਾਰੇ ਆਪਣੀ એનર્ਜੀ ਕਿਉਂ ਵੇਸਟ ਕਰਾਂ? ਰਾਮ ਨਾਮ ਸਲਾਹੇ ਤੂੰ। ਸਭ ਕਹਿੰਦੇ ਪਤਾ ਕੀ ਕਰ, ਰਾਮ ਸ਼ਬਦ ਪ੍ਰਮਾਤਮਾ ਵਾਸਤੇ ਹੈ। ਪ੍ਰਮਾਤਮਾ ਦੇ ਅਟਲ ਸਿਧਾਂਤ, ਉਹਦੇ ਹੁਕਮ ਨੂੰ, ਉਸ ਪ੍ਰਮਾਤਮਾ ਦੀ ਹੀ ਸਿਫਤ ਸਲਾਹ ਕਰ। ਫਿਰ ਕੀ ਹੋਵੇਗਾ? ਫਿਰ ਆਵਣ ਜਾਣ ਨਾ ਹੋਏ। ਫਿਰ ਆ ਸਦਾ ਵਾਸਤੇ ਟੰਟਾ ਹੀ ਮੁੱਕ ਜਾਵੇਗਾ। ਆ ਜੰਮਣ ਮਰਨ ਦੀਆਂ ਖੇਡਾਂ ਹੀ ਮੁੱਕ ਜਾਣਗੀਆਂ। ਫਿਰ ਆਵਾਗਮਨ ਹੋਵੇਗਾ ਜਿਨ੍ਹਾਂ ਵਾਸਤੇ ਹੋਵੇਗਾ, ਸਾਡੇ ਵਾਸਤੇ ਨਹੀਂ ਹੈਗਾ। ਸਾਡੇ ਗੁਰੂ ਨੇ ਸਾਨੂੰ ਸਮਝਾ ਦਿੱਤਾ ਹੈ, ਸਿੱਖ ਜਦੋਂ ਗੁਰੂ ਦੀ ਮੱਤ ਵਿੱਚ ਲੀਨ ਹੋ ਗਿਆ, ਉਹ ਜੀਵਨ ਮੁਕਤ ਹੋ ਗਿਆ। ਸਿੱਖ ਨੇ ਤੇ ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰ ਲਈ ਹੈ। ਆ ਮਰਨ ਤੋਂ ਬਾਅਦ ਆ ਮੁਕਤੀਆਂ ਤੁਸੀਂ ਲੱਭਦੇ ਫਿਰੋ, ਹੋਰ ਲੱਭਦੇ ਫਿਰਨ ਪਖੰਡਾਂ 'ਚ ਤੁਰਨ ਵਾਲੇ। ਮੇਰੇ ਗੁਰੂ ਨੇ ਤੇ ਮੈਨੂੰ ਪਿਆਰ ਨਾਲ ਸਿਖਾ ਦਿੱਤਾ ਹੈ, ਜਿੱਦਣ ਇਹ ਗੁਣ ਜੀਵਨ ਦੇ ਵਿੱਚ ਆ ਗਏ, ਤੈਸਾ ਹਰਖ
ਤੈਸਾ ਉਸ ਸੋਗ, ਤੈਸਾ ਸਵਰਨ, ਤੈਸੀ ਉਸ ਮਾਟੀ। ਜਿੱਦਣ ਲਾਈਫ ਬੈਲੈਂਸ ਹੋ ਗਈ, ਸੁੱਖ ਦੁੱਖ ਦੋਨੋਂ ਸਮਕਰ ਜਾਣੇ, ਸੁੱਖ ਤੇ ਦੁੱਖ ਦੋਵੇਂ ਬਰਾਬਰ ਹੋ ਗਏ। ਜਿੱਦਣ ਮਨ ਦੇ ਵਿੱਚੋਂ ਸੰਸਾਰੀ ਇੱਛਾਵਾਂ, ਡਿਜ਼ਾਇਰਸ ਜਿਹੜੀਆਂ ਨੇ ਉਹ ਖਤਮ ਹੋ ਗਈਆਂ, ਜਿੱਦਣ ਇੱਕ ਹੀ ਇੱਛਾ ਹੈ, ਹੇ ਪਰਿਪੂਰਨ ਪ੍ਰਮਾਤਮਾ, ਆਹ ਜਿਹੜਾ ਮਨੁੱਖਤਾ ਦਾ ਜੀਵਨ ਦਿੱਤਾ, ਇਸ ਮਨੁੱਖਤਾ ਦੇ ਜੀਵਨ ਦੇ ਵਿੱਚ ਤੂੰ ਮੈਨੂੰ ਸੋਹਣੀਆਂ ਅੱਖਾਂ ਦਿੱਤੀਆਂ ਨੇ, ਕੰਨ ਦਿੱਤੇ ਨੇ, ਜੀਭਾ ਦਿੱਤੀ ਹੈ। ਮੈਂ ਇਸ ਸਰੀਰ ਦੇ ਨਾਲ ਆਖਰੀ ਸਵਾਸਾਂ ਤੱਕ ਤੇਰੀ ਬਣਾਈ ਹੋਈ ਕੁਦਰਤ ਦੇ ਰਾਹੀਂ ਤੇਰੀ ਸੇਵਾ ਕਰ ਲਵਾਂ, ਕਿਉਂਕਿ ਕੁਦਰਤ ਦੇ ਵਿੱਚ ਤੂੰ ਵਸਦਾ ਹੈ। ਮੈਂ ਤੇਰੀ ਸੇਵਾ ਦੇ ਵਿੱਚ ਲੱਗ ਜਾਵਾਂ, ਆਪਣਾ ਸਮਰਪਣ ਕਰ ਦੇਵਾਂ ਸਭ ਕੁਝ ਤੈਨੂੰ। ਰਾਮ ਨਾਮ ਸਲਾਹੇ ਤੂੰ, ਫਿਰਾਵਣ ਜਾਣ ਨਾ ਹੋਏ। ਤੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰ, ਉਹਦੇ ਸਿਧਾਂਤ ਨੂੰ ਫਾਲੋ ਕਰ, ਉਹਨੂੰ ਆਪਣੇ ਜੀਵਨ 'ਚ ਵਸਾ, ਉਹਨੂੰ ਹੀ ਆਪਣਾ ਸਭ ਕੁਝ ਸਮਝ। ਫਿਰ ਆ ਬਾਅਦ ਵਿੱਚ ਆ ਜੰਮਣ ਮਰਨ ਦੀ ਜਿਹੜਾ ਡਰ ਭੈ ਆ ਜੀਵਨ 'ਚੋਂ ਮੁੱਕ ਹੀ ਜਾਊਗਾ, ਖਤਮ ਹੀ ਹੋ ਜਾਊਗਾ। ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਸਿੱਖ ਦਾ ਕੀ ਲੈਣਾ ਦੇਣਾ? ਸਿੱਖ ਦਾ ਤੇ ਜੀਵਨ ਹੈ। ਹੇ ਪਾਤਸ਼ਾਹ ਜੀ, ਮੈਂ ਤੇਰਾ ਸਿਧਾਂਤ ਤੇ ਤੁਰਦਾ, ਤੇਰੇ ਹੁਕਮ ਤੇ ਫਾਲੋ ਕਰਦਾ। ਤੇਰੀ ਗੱਲ ਮੈਨੂੰ ਸਮਝ ਆ ਗਈ ਹੈ ਕਿ ਤੂੰ ਮੇਰੇ ਜੀਵਨ ਦੇ ਵਿੱਚ ਸੱਚ ਤੇ ਪ੍ਰੇਮ ਟਿਕਾ ਦਿੱਤਾ ਹੈ। ਇਹ ਸਾਰੇ ਡਰ, ਇਹ ਭੈ, ਇਹ ਦੁਚਿੱਤੀਆਂ, ਇਹ ਕਨਫਿਊਜ਼ਨਸ ਜੀਵਨ ਵਿੱਚੋਂ ਕੱਢ ਦਿੱਤੀਆਂ ਨੇ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ ਅੱਜ ਦੇ ਪਾਵਨ ਸ਼ਬਦ ਦੀਆਂ। ਹੁਣ ਪਹਿਲਾ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ। ਸਾਹਿਬ ਜੀ ਕਹਿੰਦੇ, ਸ਼ਰਾਗ ਮਹੱਲਾ ਤੀਜਾ, ਬਿਨ ਗੁਰ ਰੋਗ ਨਾ ਟੁੱਟਈ, ਹਉਮੈ ਪੀੜ ਨਾ ਜਾਏ। ਸਤਿਗੁਰੂ ਕਹਿੰਦੇ, ਦਰਅਸਲ ਗੱਲ ਪਤਾ ਕੀ ਹੈ? ਕਹਿੰਦੇ, ਮਨੁੱਖ ਤੂੰ ਆ ਜੰਮਣ ਮਰਨ ਦੇ ਭੈ ਡਰ ਦੇ ਵਿੱਚ ਤਾਂ ਬੈਠਾ ਹੈ ਕਿਉਂਕਿ ਰੋਗੀ ਹੈ। ਤੂੰ ਇਹ ਸੋਚਦਾ ਪਿਆ ਹੈ ਕਿ ਸ਼ਾਇਦ ਇਹ ਤੰਤਰਾਂ ਮੰਤਰਾਂ ਦੇ ਜਾਪ ਕਰਾਇਆ, ਇਹ ਪੰਡਤਾਂ ਦੇ ਪੈਰ ਪੂਜਿਆਂ, ਆ ਬ੍ਰਾਹਮਣੀ ਕਰਮ ਕਾਂਡ ਕੀਤੇ ਆ, ਜਾਂ ਬ੍ਰਾਹਮਣ ਮਾਫ ਕਰਨਾ ਕੋਈ ਮਨੁੱਖ ਨਹੀਂ, ਇੱਕ ਸੋਚ, ਇੱਕ ਵਿਚਾਰਧਾਰਾ ਹੈ ਜੋ ਮਨੁੱਖ ਨੂੰ ਗੁਰਮਤ ਤੋਂ ਜੋੜ ਕੇ ਕਰਮ ਕਾਂਡ ਤੇ ਪਖੰਡਾਂ ਵੱਲ ਲੈ ਕੇ ਤੁਰਦੀ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਨੇ, ਦਰਅਸਲ ਗੱਲ ਪਤਾ ਕੀ ਹੈ? ਇਹ ਡਰ ਭੈ ਤੇਰੇ ਜੀਵਨ ਦੇ ਵਿੱਚ ਇਸੇ ਕਰਕੇ ਪਾਏ ਗਏ ਨੇ ਕਿ ਤੂੰ ਇਮੋਸ਼ਨਲੀ ਤੌਰ ਤੇ ਧਰਮ ਦੇ ਨਾਂ ਤੇ ਤੇਰੇ ਉੱਤੇ ਲੁੱਟ ਮਚਾਈ ਜਾ ਸਕੇ। ਕਿਉਂਕਿ ਜੇ ਮਨੁੱਖ ਡਰੇਗਾ ਤਾਂ ਹੀ ਪੈਸੇ ਕੱਢੇਗਾ ਨਾ। ਜੇ ਮਨੁੱਖ ਦੇ ਜੀਵਨ ਵਿੱਚ ਡਰ ਹੋਵੇਗਾ ਤਾਂ ਹੀ ਤੇ ਲੋਕਾਂ ਦੇ, ਉਹਨਾਂ ਦੇ ਹਲਵਾ ਮੰਡੇ ਚਲਾਉਣ ਦਾ ਕਾਰਨ ਬਣੇਗਾ। ਪਰ ਜਿਹਦੇ ਜੀਵਨ 'ਚੋਂ ਇਹ ਡਰ ਹੀ ਮੁੱਕ ਗਿਆ ਕਿ ਮੈਂ ਨਹੀਂ ਮੰਨਦਾ ਕਿਸੇ ਧਰਮਰਾਜ, ਕਿਸੇ ਯਮਰਾਜ ਨੂੰ, ਇਹ ਤੁਸੀਂ ਸੰਭਾਲ ਕੇ ਰੱਖੋ ਆਪਣੇ ਕੋ। ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਆਏ ਇਤਿਹਾਸ ਵਿੱਚ ਸਾਖੀ ਆਉਂਦੀ। ਕਹਿੰਦੇ, ਇੱਕ ਦਿਨ ਇੱਕ ਪੰਡਿਤ ਜੀ ਆ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ। ਕਹਿੰਦੇ, ਜੀ ਮੈਂ ਗਰੁੜ ਪੁਰਾਣ ਦੀ ਕਥਾ ਸੁਣਾਉਣੀ ਹੈ। ਸਤਿਗੁਰੂ ਕਹਿੰਦੇ, ਜੀ ਸੁਣਾਓ, ਵੇਖ ਲੈਣੇ ਤੁਹਾਡੇ ਗਰੁੜ ਪੁਰਾਣ ਦੀਆਂ ਕਹਾਣੀਆਂ ਵੀ। ਹੁਣ ਪੰਡਿਤ ਜੀ ਨੇ ਸ਼ੁਰੂ ਕੀਤੀ। ਕਹਿੰਦੇ, ਜੀ ਮਨੁੱਖ ਨੂੰ ਮਰਨ ਤੋਂ ਬਾਅਦ 365 ਦਿਨ ਲੱਗਦੇ ਨੇ ਵੈਤਰਨੀ ਨਦੀ ਪਾਰ ਕਰਨ ਵਾਸਤੇ, ਜਿਹੜੀ ਖੂਨ ਦੇ ਨਾਲ ਭਰੀ ਪਈ ਹੈ, ਕੁੱਪ ਅੰਧੇਰ ਹੈ, ਤੇ ਉਹਦੇ ਵਾਸਤੇ ਦਾਨ ਪੁੰਨ ਕਰਨਾ ਪੈਂਦਾ ਹੈ ਤਾਂ ਕਿ ਪਿੱਤਰ ਜਿਹੜੇ ਨੇ ਠੀਕ ਜਗ੍ਹਾ ਤੇ ਪਹੁੰਚ ਜਾਣ। ਇਹਨਾਂ ਨੂੰ ਇੱਕ ਸਿੱਖ ਪਿਆਰਾ ਉੱਠਿਆ। ਕਹਿੰਦੇ, ਪੰਡਿਤ ਜੀ, ਤੁਸੀਂ ਆਪਣੇ ਪਿੱਤਰਾਂ ਦੀ ਖੇਡ ਕਹਾਣੀ ਆਪਣੇ ਕੋਲ ਸੰਭਾਲ ਕੇ ਰੱਖੋ। ਸਾਡੇ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਤੇ ਸਾਡੀ, ਅਸੀਂ ਗੁਰੂ ਨਾਨਕ ਦੇ ਚਰਨਾਂ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਭੋਰੇ ਆ। ਸਾਨੂੰ ਹੋਰ ਕਿਸੇ ਪਖੰਡ ਦੀ ਲੋੜ ਨਹੀਂ। ਸਾਡੇ ਗੁਰੂ ਨੇ ਤੇ ਸਾਨੂੰ ਜੀਵਨ ਮੁਕਤ ਕਰ ਦਿੱਤਾ ਹੈ। ਇਹਨਾਂ ਨੂੰ ਇੱਕ ਹੋਰ ਉੱਠਿਆ। ਪੰਡਿਤ ਜੀ, ਤੁਸੀਂ ਕਹਿੰਦੇ 365 ਦਿਨ, ਮੇਰੇ ਸਤਿਗੁਰੂ ਦੀ ਕਿਰਪਾ ਬਣੇ ਤੇ ਮੈਂ ਤੇ 5 ਦਿਨਾਂ ਦੇ ਵਿੱਚ ਜਾਵਾਂ। ਆ ਜਿਹੜਾ ਤੁਹਾਡਾ ਵੈਤਰਨੀ ਨਦੀ, ਅਸੀਂ ਤੇ ਮਿੰਟਾਂ 'ਚ ਪਾਰ ਕਰ ਦਈਏ। ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਬਚਨ ਕਿਹਾ। ਜਿਵੇਂ ਆਪਾਂ ਕਹਿੰਦੇ ਨਾ ਸਮ ਲਾਉਣਾ, ਭਾਈ ਗੁਰਦਾਸ ਜੀ ਨੇ ਕਮਾਲ ਕਰ ਦਿੱਤੀ ਇੱਕ ਕਵਿਤ ਰਾਹੀਂ। ਕਹਿੰਦੇ, ਪੰਡਿਤ ਜੀ, ਕਦੀ ਤੁਸੀਂ ਘੋੜੇ ਦੌੜਦੇ ਦੇਖੇ ਨੇ? ਕਹਿੰਦੇ, ਦੇਖੇ ਨੇ। ਕਹਿੰਦੇ, ਫਿਰ ਗੱਡੇ ਵੀ ਚੱਲਦੇ ਦੇਖੇ ਹੋਣਗੇ? ਕਹਿੰਦੇ, ਕਿਹੋ ਜਿਹੇ? ਬਿਲਕੁਲ ਦੇਖੇ ਨੇ। ਕਹਿੰਦੇ, ਗੱਡਿਆਂ ਦੀ ਚਾਲ ਕੀ ਹੈ? ਕਹਿੰਦੇ, ਹੌਲੀ ਹੌਲੀ, ਘੋੜਿਆਂ ਦੀ ਰਫ਼ਤਾਰ, ਤੇਜ਼ ਰਫ਼ਤਾਰ ਨਾਲ ਦੌੜਨਾ।
ਸਾਡੇ ਗੁਰੂ ਜੀ ਨੇ ਸਾਨੂੰ ਗਿਆਨ ਦੇ ਕੇ ਘੋੜਿਆਂ ਦੀ ਸਵਾਰੀ ਦੇ ਸਾਨੂੰ ਜੋੜ ਦਿੱਤਾ ਹੈ। ਆਹ 365 ਦਿਨਾਂ ਵਾਲੀ ਕਹਾਣੀ ਪੰਡਤ ਜੀ ਤੁਸੀਂ ਆਪਣੇ ਬਸਤੇ 'ਚ ਪਾ ਕੇ ਰੱਖੋ। ਇਹ ਲੋਕਾਂ ਨੂੰ ਠੱਗੋ, ਲੋਕਾਂ ਨੂੰ ਲੁੱਟੋ ਪਿੱਤਰਾਂ ਦੇ ਨਾਂ 'ਤੇ। ਸਾਡੇ ਗੁਰੂ ਜਿਹੜਾ ਗੁਰੂ ਨਾਨਕ ਦਾ ਸਿੱਖ ਬਣ ਗਿਆ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਲਿਆ। ਆਪਣੇ ਕੋ ਤੁਸੀਂ ਸੰਭਾਲ ਲਓ, ਆਪਣਾ ਬਸਤਾ ਬੰਨੋ ਤੇ ਚੱਲਦੇ ਬਣੋ, ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਤੇ ਕੀ ਅੱਜ ਸਿੱਖ ਦੇ ਵਿੱਚ ਇੰਨੀ ਦ੍ਰਿੜਤਾ ਹੈ? ਆ ਜਿਹੜੇ ਅੱਜ ਲੱਗੇ ਨੇ ਇਸ ਗੱਲ ਉੱਤੇ ਟੀਵੀ ਦੇ ਉੱਤੇ, ਮੈਂ ਵੀ ਨਾ ਕਥਾ ਗੁਰਬਾਣੀ ਦੀ ਘੱਟ ਹੁੰਦੀ ਹੈ, ਜ਼ਿਆਦਾ ਪ੍ਰਚਾਰ ਇਹ ਕੀਤਾ ਜਾ ਰਿਹਾ ਸਾਨੂੰ ਬ੍ਰਾਹਮਣ ਬਣਾਉਣ ਤੇ। ਕਦੀ ਕੋਈ ਲਵ ਕੁਸ਼ ਦੀ ਔਲਾਦ ਬਣਾ ਕੇ ਤੁਰਿਆ, ਕਿਤੇ ਕੋਈ ਕਹਿੰਦਾ ਜੀ ਇਹ ਤਿਲਕ ਲਾਇਆ, ਮਾਲਾਵਾਂ ਪਾਈਆਂ, ਕਿੱਧਰ ਨੂੰ ਅਸੀਂ ਤੁਰੇ ਹਾਂ। ਖੈਰ ਮੇਰਾ ਵਿਸ਼ਾ ਇੱਧਰ ਦਾ ਨਹੀਂ ਹੁੰਦਾ, ਪਰ ਮੈਂ ਜਿਹੜੀ ਸ਼ਬਦ ਦੀ ਬਾਤ ਕਰ ਰਿਹਾ, ਗੁਰੂ ਸ਼ਬਦ ਦੀ ਗਹਿਰਾਈ, ਗੁਰੂ ਸ਼ਬਦ ਨੂੰ ਸਮਝੋ। ਜਿੱਦਣ ਗੁਰੂ ਸ਼ਬਦ ਨਾਲ ਸਿੱਖ ਜੁੜ ਗਿਆ, ਇਹਨਾਂ ਦੇ ਤਿੱਤਰ ਬਿੱਤਰ ਹੋ ਜਾਣਾ ਇਹਨਾਂ ਨੇ, ਕਿਉਂਕਿ ਇਹਨਾਂ ਦੇ ਕੋਲ ਹੈ ਹੀ ਕੁਝ ਨਹੀਂ ਇਸ ਪਖੰਡ ਤੋਂ ਬਿਨਾਂ ਵਰਤਾਉਣ ਦੇ ਲਈ। ਤੇ ਸਤਿਗੁਰੂ ਦੀ ਸਿਧਾਂਤ ਗੁਰਬਾਣੀ ਕੀ ਕਹਿੰਦੀ ਹੈ? ਸਾਹਿਬ ਕਹਿੰਦੇ ਮੈਂ ਤੇਰੇ ਵਿੱਚੋਂ ਇਹ ਡਰ ਹੀ ਖਤਮ ਕਰ ਦੇਣਾ ਹੈ। ਤੇ ਸਾਹਿਬ ਕਹਿੰਦੇ ਮਨੁੱਖ ਦੇ ਅੰਦਰ ਇਸ ਡਰ ਨੇ ਰੋਗ ਪੈਦਾ ਕਰ ਦਿੱਤਾ ਹੈ, ਪਰ ਇਹ ਰੋਗ ਕਰਮ ਕਾਂਡਾਂ ਦੇ ਪਖੰਡਾਂ ਤੋਂ ਮੁਕਤ ਨਹੀਂ ਹੋਣਾ। ਜੇ ਇਸ ਰੋਗ ਨੂੰ ਸਮਝੋ, ਪਹਿਲਾਂ ਰੋਗ ਕੀ ਹੈ? ਉਹ ਰੋਗ ਕਿਹੜਾ ਹੈ? ਮੈਂ ਦਾ, ਹਉਮੈ ਦਾ। ਹਉਮੈ ਦੀਰਘ ਰੋਗ ਹੈ। ਹਉਮੈ ਦਾ ਰੋਗ ਇਹਦੇ ਵਿੱਚ ਲੱਗਾ ਹੋਇਆ ਹੈ, ਹਰ ਵਕਤ ਮੈਂ ਕਰਨ ਦਾ। ਤੇ ਇਹਦੀ ਪੀੜ, ਇਹ ਹਉਮੈ ਦੀ ਦਰਦ ਸਦੀਵੀ ਇਹਦੇ ਅੰਦਰ ਪਈ ਹੋਈ ਹੈ। ਇਹ ਹਉਮੈ ਦੀ ਪੀੜ ਇਹ ਕਰਮ ਕਾਂਡਾਂ ਦੇ ਪਖੰਡਾਂ ਨਾਲ ਤੇ ਨਹੀਂ ਹੋ ਸੱਚੇ ਪਾਤਸ਼ਾਹ ਕਹਿੰਦੇ ਮੁੱਕਣੀ। ਇਹ ਬਾਹਰ ਦੇ ਰਸਮੋ ਰਿਵਾਜ਼ਾਂ ਨਾਲ ਨਹੀਂ ਪੂਰੀ ਹੋਣੀ। ਜੇ ਇਸ ਹਉਮੈ ਦੀ ਪੀੜਾ ਤੋਂ, ਰੋਗ ਤੋਂ ਮੁਕਤ ਹੋਣਾ ਚਾਹੁੰਦਾ ਹੈ, ਬਿਨ ਗੁਰੂ ਰੋਗ ਨਾ ਟੁੱਟਈ। ਸਤਿਗੁਰੂ ਦੇ ਗਿਆਨ ਦੇ ਉੱਤੇ ਤੁਰਨ ਤੋਂ ਬਿਨਾਂ, ਗੁਰੂ ਦੀ ਮੱਤ ਨੂੰ ਅਪਣਾਉਣ ਤੋਂ ਬਿਨਾਂ, ਗੁਰੂ ਰੂਪੀ ਵੈਦ ਨਾਲ ਸਾਂਝ ਪਾਉਣ ਤੋਂ ਬਿਨਾਂ ਇਸ ਰੋਗ ਦੇ ਹਉਮੈ ਤੋਂ ਨਹੀਂ ਮੁਕਤੀ ਮਿਲ ਸਕਦੀ। ਇਹ ਦਰਦ ਹਉਮੈ ਦਾ ਜੀਵਨ ਦੇ ਵਿੱਚੋਂ ਨਹੀਂ ਖਤਮ ਹੋ ਸਕਦਾ, ਕਿਉਂਕਿ ਹਉਮੈ ਦਾ ਦਰਦ ਹੀ ਹੈ ਜੋ ਬਾਰ-ਬਾਰ ਸਾਨੂੰ ਇਸ ਡਰ, ਇਸ ਭੈ ਦੇ ਵਿੱਚ ਲੈ ਕੇ ਆਉਂਦਾ ਹੈ। ਆ ਮੈਂ ਹੀ ਸਾਡੀ ਸਾਨੂੰ ਕਿਸੇ ਬੰਨੇ ਲੱਗਣ ਨਹੀਂ ਦਿੰਦੀ। ਇਸੇ ਕਰਕੇ ਸਾਹਿਬ ਕਹਿੰਦੇ ਬਹੁਤ ਦੀਰਘ ਰੋਗ, ਇਹ ਐਸਾ ਰੋਗ ਆ ਜਿਹੜਾ ਮਨੁੱਖ ਦੇ ਨਾਲ ਸਰਵਾਈਵ ਕਰਦਾ ਹੈ, ਨਾਲ ਚੱਲਦਾ ਹੈ। ਜਿਵੇਂ ਜਿਵੇਂ ਮਨੁੱਖ ਤੁਰਦਾ ਹੈ, ਇਹ ਹਰ ਕਦਮ ਤੇ ਮਨੁੱਖ ਦੇ ਨਾਲ ਖਲੋਤਾ ਹੈ। ਤੇ ਜਿਤਨੇ ਮਨੁੱਖ ਦੇ ਅੰਦਰ ਪੀੜਾ ਹੈ, ਇਹ ਹਉਮੈ ਦੀ ਹੈ, ਮੈਂ ਦੀ ਹੈ। ਗੁਰ ਪ੍ਰਸਾਦੀ ਮਨ ਵਸੈ, ਨਾਮੇ ਰਹੇ ਸਮਾਏ। ਸਭ ਕਹਿੰਦੇ ਗੁਰੂ ਜੀ ਦੀ ਕਿਰਪਾ ਦੇ ਨਾਲ, ਗੁਰੂ ਪ੍ਰਸਾਦੀ ਦਾ ਅਰਥ ਆ ਗੁਰੂ ਜੀ ਦੀ ਕਿਰਪਾ ਦੇ ਨਾਲ। ਮਨ ਨੰਨੇ ਨੂੰ ਸਿਹਾਰੀ ਹੈ, ਵਸੈ, ਮਨ ਵਿੱਚ ਵਸ ਜਾਂਦਾ ਹੈ, ਨਾਮੇ ਰਹਿ ਸਮਾਏ। ਗੁਰੂ ਦੀ ਕਿਰਪਾ, ਗੁਰੂ ਜੀ ਦੇ ਗਿਆਨ ਦੀ ਸਮਝ ਦੇ ਨਾਲ, ਗੁਰੂ ਦੀ ਮੱਤ ਤੇ ਤੁਰਿਆ ਜਿਸ ਮਨੁੱਖ ਦੇ ਮਨ ਦੇ ਵਿੱਚ ਪਰਮਾਤਮਾ ਦਾ ਪ੍ਰੇਮ ਵਸ ਜਾਂਦਾ ਹੈ, ਜੋ ਸਮਰਪਣ ਆਪਣੇ ਆਪ ਨੂੰ ਪ੍ਰਭੂ ਜੀ ਦੇ ਚਰਨਾਂ 'ਚ ਕਰ ਦਿੰਦਾ ਹੈ, ਉਹਦੇ ਵਿੱਚੋਂ ਫਿਰ ਮੈਂ ਮੁੱਕ ਜਾਂਦੀ ਹੈ, ਤੇਰਾ ਜੀਵਨ ਦੇ ਵਿੱਚ ਆ ਜਾਂਦਾ ਹੈ। ਨਾਮੇ ਰਹਿ ਸਮਾਏ, ਉਹ ਫਿਰ ਸਦਾ ਵਾਸਤੇ ਹੀ ਪਰਮਾਤਮਾ ਦੇ ਵਿੱਚ ਸਮੋ ਜਾਂਦੇ ਹਨ, ਟਿਕ ਜਾਂਦੇ ਹਨ। ਉਹਨਾਂ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ, ਸਕੂਨ ਆ ਜਾਂਦਾ ਹੈ, ਆਤਮਿਕ ਆਨੰਦ ਤੇ ਖੇੜਾ ਚੜ੍ਹਦੀ ਕਲਾ ਜੀਵਨ 'ਚ ਆ ਜਾਂਦੀ ਹੈ। ਗੁਰ ਸ਼ਬਦੀ ਹਰ ਪਾਈ ਹੈ। ਕਮਾਲ ਦੇ ਬਚਨ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ। ਗੁਰਬਾਣੀ ਦੀ ਆਪਾਂ ਲੜੀਵਾਰ ਕਥਾ ਕਰ ਰਹੇ ਹਾਂ, ਤੇ ਮੇਰੇ ਖਿਆਲ ਦੇ ਵਿੱਚ ਜਿਤਨੇ ਵੀ ਸਰੋਤੇ ਹੁਣ ਤੱਕ ਲੜੀਵਾਰ ਸੁਣਦੇ ਪਏ ਨੇ, ਕਮਾਲ ਦੇ ਬਚਨ ਤੁਸੀਂ ਰੋਜ਼ ਸੁਣ ਰਹੇ ਹੋ। ਸਤਿਗੁਰੂ ਜੀ ਹਰ ਸਵਾਲ ਦੇ ਜਵਾਬ ਦੇਈ ਜਾ ਰਹੇ ਨੇ। ਕਹਿੰਦੇ ਗੁਰ ਸ਼ਬਦੀ ਹਰ ਪਾਈ ਹੈ, ਗੁਰੂ ਦੇ ਸ਼ਬਦ ਵਿੱਚ ਜੁੜਿਆ ਹੀ, ਗੁਰੂ ਦੇ ਗਿਆਨ ਦੇ ਨਾਲ ਹੀ ਹਰ ਪਾਈ ਹੈ ਪਰਮਾਤਮਾ ਮਿਲ ਸਕਦਾ ਹੈ। ਬਿਨ ਸ਼ਬਦ ਹੈ ਭਰਮ ਭੁਲਾਏ। ਗੁਰਬਾਣੀ ਦੀ ਵਿਚਾਰ, ਗੁਰੂ ਸ਼ਬਦ ਦੇ ਗਿਆਨ ਤੋਂ ਬਿਨਾਂ, ਬਾਰ-ਬਾਰ ਪਾਤਸ਼ਾਹ ਜੀ ਕਹਿ ਰਹੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਝ ਕਿਸੇ ਮਨੁੱਖ ਦੇ ਪੈਰੀਂ ਪਿਆ, ਕਿਸੇ ਪ੍ਰਚਾਰਕ ਦੇ ਪੈਰੀਂ ਪਿਆ, ਕਿਸੇ ਸਾਧ ਦੇ ਪੈਰੀਂ ਪਿਆ ਨਹੀਂ ਗੱਲ ਬਣਨੀ ਭਾਈ। ਇਹ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਤੈਨੂੰ ਲੈਣਾ ਪੈਣਾ ਹੈ, ਆਪ ਗੁਰੂ ਦੀ ਬਾਂਹ ਫੜਨੀ ਪੈਣੀ ਹੈ, ਆਪ ਗੁਰੂ ਨੂੰ ਵੈਦ ਧਾਰਨਾ ਪੈਣਾ ਹੈ, ਗੁਰੂ ਨਾਲ ਜੁੜਨਾ ਪੈਣਾ ਹੈ, ਕਿਉਂਕਿ ਬਿਨ ਸ਼ਬਦ ਹੈ ਭਰਮ ਭੁਲਾਏ। ਜਦ ਤੱਕ ਤੂੰ ਗੁਰੂ ਸ਼ਬਦ ਦੇ ਵਿੱਚ ਨਹੀਂ ਜੁੜਦਾ, ਗੁਰੂ ਸ਼ਬਦ ਦੇ ਨਾਲ ਆਪਣਾ ਜੀਵਨ ਨਹੀਂ ਜੋੜਦਾ,
ਤੂੰ ਭਰਮ ਦੇ ਵਿੱਚ ਰਵੇਂਗਾ, ਨਿਤ ਤੈਨੂੰ ਭੁਲੇਖਿਆਂ ਵਿੱਚ ਪਾਇਆ ਜਾਵੇਗਾ, ਤੈਨੂੰ ਕਨਫਿਊਜ਼ ਕੀਤਾ ਜਾਵੇਗਾ, ਤੈਨੂੰ ਦੁਬਿਧਾ ਵਿੱਚ ਪਾਇਆ ਜਾਵੇਗਾ, ਕਿਉਂਕਿ ਤੂੰ ਆਪ ਮਿਹਨਤ ਨਹੀਂ ਕਰ ਰਿਹਾ। ਇਹ ਸਾਰੀਆਂ ਕਨਫਿਊਜ਼ਨਸ, ਇਹ ਸਾਰੀਆਂ ਜਿਤਨੇ ਭਰਮ ਨੇ, ਜਿੰਨੇ ਭੁਲੇਖੇ ਬਣਾਏ ਗਏ ਨੇ, ਇਹ ਸਭ ਕਹਿੰਦੇ ਇਹ ਇਵੇਂ ਆ ਜਿਵੇਂ ਕਾਲੇ ਬੱਦਲਾਂ ਦੇ ਪਿੱਛੇ ਛੁਪਿਆ ਹੋਇਆ ਇੱਕ ਨੀਲਾ ਆਕਾਸ਼। ਹੁਣ ਕਾਲੇ ਬੱਦਲ ਹਟ ਜਾਣ ਤੇ ਨੀਲਾ ਆਕਾਸ਼ ਨਜ਼ਰ ਆਉਣ ਲੱਗ ਪੈਂਦਾ। ਇਵੇਂ ਇਹ ਕਾਲੇ ਬੱਦਲ ਜਿਹੜੇ ਭਰਮ ਤੇ ਭੁਲੇਖਿਆਂ ਦੇ ਅਸੀਂ ਆਪਣੇ ਅੱਗੇ ਪਾਏ ਆ ਨਾ, ਇਹਨਾਂ ਨੂੰ ਹਟਾਉਣਾ ਪਏਗਾ ਗੁਰੂ ਸ਼ਬਦ ਦੇ ਨਾਲ। ਤੇ ਜਦੋਂ ਇਹ ਹਟਦੇ ਨੇ ਫਿਰ ਇਤਨੀ ਸ਼ਾਂਤੀ ਹੈ, ਇੰਨਾ ਆਨੰਦ ਆ, ਇੰਨਾ ਸੌਖਾ ਜੀਵਨ ਆ, ਇੰਨਾ ਪਿਆਰ ਆ ਜੀਵਨ 'ਚ। ਫਿਰ ਨਾ ਕੋਈ ਚਿੰਤਾਵਾਂ, ਨਾ ਕੋਈ ਝੋਰੇ, ਨਾ ਕੋਈ ਪਰੇਸ਼ਾਨੀਆਂ, ਨਾ ਇਹਨਾਂ ਠੱਗਾਂ ਦੇ ਵੱਲ ਜਾਣ ਦੀ ਫਿਰ ਲੋੜ ਆ। ਫਿਰ ਤੇ ਸਪਸ਼ਟ ਬਿਲਕੁਲ ਜੀਵਨ ਆ, ਬਿਲਕੁਲ ਸਪਸ਼ਟ। ਤੇ ਜਦ ਤੱਕ ਅਸੀਂ ਸਪਸ਼ਟ ਨਹੀਂ ਹੁੰਦੇ ਸਕੂਨ ਨਹੀਂ ਲੈ ਸਕਦੇ। ਤੋ ਸਾਹਿਬ ਕਹਿੰਦੇ ਮਨ ਰੇ ਨਿਜ ਘਰ ਵਾਸਾ ਹੋਏ। ਹੇ ਮਾਰੇ ਮਨ, ਕਿੱਧਰ ਨੂੰ ਭਰਮ ਪੈ ਰਹੇ ਆ, ਕਿਹੜੇ ਭੁਲੇਖਿਆਂ 'ਚ ਪੈ ਰਹੇ ਆ? ਇਹਨਾਂ ਲੋਕਾਂ ਦੇ ਪਿੱਛੇ ਲੱਗੇਗਾ, ਦੁਖੀ ਹੋਵੇਗਾ। ਆਪਣੇ ਨਿਜ ਘਰ, ਆਪਣੇ ਅੰਤਰ ਆਤਮੇ ਦੀ ਆਵਾਜ਼ ਸੁਣ, ਆਪਣੇ ਅੰਦਰ ਝਾਤੀ ਮਾਰ। ਤੇਰੇ ਅੰਦਰ ਬੈਠਾ ਹੈ ਸਾਰੇ ਗੁਣਾਂ ਦਾ ਮਾਲਕ, ਉਹ ਪਰਿਪੂਰਨ ਪਰਮਾਤਮਾ। ਰਾਮ ਨਾਮ ਸਲਾਹੇ ਤੂੰ, ਫਿਰ ਆਵਣ ਜਾਣ ਨਾ ਹੋਏ। ਜਦੋਂ ਤੂੰ ਇਮਾਨਦਾਰੀ ਨਾਲ ਆਪਣੇ ਆਪ ਨੂੰ ਪ੍ਰਮਾਤਮਾ ਨੂੰ ਸਮਰਪਣ ਕਰ ਦੇਵੇਂਗਾ, ਸਦਾ ਵਾਸਤੇ ਤੇਰੀ ਜੀਭਾ ਤੇ ਉਹਦਾ ਸ਼ੁਕਰਾਨਾ ਹੋਵੇਗਾ, ਫਿਰ ਆ ਤੇਰੇ ਵਾਸਤੇ ਤੇ ਆ ਜੰਮਣ ਮਰਨ ਦੀ ਗੇੜ ਖਤਮ। ਇਹਨਾਂ ਲੋਕਾਂ ਦੇ ਵਿੱਚ ਪੈ ਰਹਿਣ ਦੇ ਭਰਮ ਭੁਲੇਖੇ ਆ ਜਿਹੜੇ ਪਖੰਡ ਚਲਾ ਕੇ ਬੈਠੇ ਨੇ, ਫਿਰ ਸਿੱਖ ਦਾ ਕੋਈ ਲੈਣਾ ਦੇਣਾ ਨਹੀਂ ਇਹਨਾਂ ਨਾਲ ਰਹਿੰਦਾ। ਫਿਰ ਸਿੱਖ ਬਿਲਕੁਲ ਸਪਸ਼ਟ, ਬਿਲਕੁਲ ਸਿੱਧਾ ਆਪਣੀ ਮੰਜ਼ਿਲ ਵੱਲ ਤੁਰਨ ਲੱਗ ਪੈਂਦਾ ਹੈ, ਜਿਹੜਾ ਰਸਤਾ ਗੁਰੂ ਦੀ ਮੱਤ, ਗੁਰੂ ਦੇ ਮਾਰਗ ਦਾ ਹੈ। ਰਹਾਓ, ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨਾ ਕੋਏ। ਕਮਾਲ ਦੇ ਬਚਨ ਨੇ। ਸਭ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਮੈਂ ਨਾ ਕਿਸੇ ਹੋਰ ਜਮ ਜੰਦਾਰ ਦੇ ਪੈਰੀ ਪੈਣਾ, ਨਾ ਮੈਂ ਕਿਸੇ ਧਰਮਰਾਜ ਨੂੰ ਜਾਣਦਾ। ਮੇਰੇ ਵਾਸਤੇ ਮੇਰਾ ਪ੍ਰਮਾਤਮਾ ਹੀ ਸਭ ਕੁਝ ਹੈ। ਹਰ ਇੱਕੋ ਦਾਤਾ ਵਰਤਦਾ, ਦੂਜਾ ਅਵਰ ਨਾ ਕੋਏ। ਸਭ ਦਾਤਾ ਦੇਣ ਵਾਲਾ ਸਿਰਫ ਤੇ ਸਿਰਫ। ਕਿੰਨੇ ਕਲੀਅਰ ਬਚਨ ਨੇ, ਬਿਲਕੁਲ ਸਪਸ਼ਟ ਬੋਲ ਨੇ, ਬਿਲਕੁਲ ਕੋਈ ਇਹਦੇ ਵਿੱਚ ਹੇਰ ਫੇਰ ਵਾਲੀ ਬਾਤ ਨਹੀਂ, ਕੋਈ ਔਖੀ ਗੱਲ ਨਹੀਂ। ਸਭ ਕਹਿੰਦੇ ਮੈਂ ਨਹੀਂ ਕਿਸੇ ਬ੍ਰਹਮੇ ਨੂੰ ਮੰਨਦਾ ਵੀ ਕੋਈ ਬ੍ਰਹਮਾ ਰਿਜਕ ਦੇਣ ਵਾਲਾ ਹੈ, ਕੋਈ ਵਿਸ਼ਨੂੰ ਰਿਜਕ ਦੇਣ ਵਾਲਾ ਹੈ। ਇਹ ਤੁਸੀਂ ਰੱਖੋ ਆਪਣੇ ਕੋ। ਹਰ ਇੱਕੋ ਦਾਤਾ ਵਰਤਦਾ, ਮੇਰੇ ਵਾਸਤੇ ਤੇ ਇੱਕੋ ਇੱਕ ਦਾਤਾ ਕੇਵਲ ਉਹ ਪਰਮਾਤਮਾ ਹੈ, ਸਿਰਫ ਤੇ ਸਿਰਫ ਵਾਹਿਗੁਰੂ ਹੈ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ। ਦੂਜਾ ਅਵਰ ਨਾ ਕੋਏ। ਉਸ ਵਰਗਾ ਨਾ ਕੋਈ ਹੋਰ ਹੋ ਸਕਦਾ ਹੈ, ਨਾ ਕੋਈ ਹੋਰ ਲੱਭ ਸਕਦਾ ਹੈ। ਇਹ ਤੁਹਾਡਾ ਰੱਬ ਕਿਹੋ ਜਿਹਾ ਜਿਹੜਾ ਕਹਿੰਦਾ ਮੈਂ ਸ਼ੂਦਰਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਹੈ, ਮੈਂ ਖੱਤਰੀ ਨੂੰ ਬ੍ਰਾਹਮਣ ਨੂੰ ਮੈਂ ਸਭ ਤੋਂ ਜ਼ਿਆਦਾ ਦੇਈ ਜਾਣਾ ਹੈ। ਇਹ ਰੱਬ ਤੁਸੀਂ ਆਪਣਾ ਆਪਣੇ ਕੋ ਬਣਾ ਕੇ ਰੱਖੋ। ਇਹੋ ਜਿਹਾ ਕਾਣੀ ਵੰਡ ਕਰਨ ਵਾਲਾ ਰੱਬ ਮੇਰਾ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਰੱਬ ਤੇ ਸਾਰਿਆਂ ਨੂੰ ਬਰਾਬਰ ਦੇਣ ਵਾਲਾ ਹੈ, ਪਿਆਰ ਕਰਨ ਵਾਲਾ ਹੈ। ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਦੇਖੋ ਬਾਰ-ਬਾਰ ਮੈਂ ਤੁਹਾਡਾ ਧਿਆਨ ਇੱਧਰ ਨੂੰ ਪਤਾ ਕਿਉਂ ਖਿੱਚਦਾ ਹੈ। ਸ਼ਬਦ ਤੋਂ ਬਿਨਾਂ ਗੱਲ ਹੀ ਨਹੀਂ ਸਿੱਖੀ ਦੇ ਵਿੱਚ। ਗੁਰੂ ਸ਼ਬਦ ਤੋਂ ਬਿਨਾਂ ਬਾਤ ਹੀ ਨਹੀਂ। ਸ਼ਬਦ ਗੁਰੂ ਹੈ। ਸ਼ਬਦ ਸਲਾਹੀ ਮਨ ਵਸੈ, ਸਹਿਜੇ ਹੀ ਸੁਖ ਹੋਏ। ਸ਼ਬਦ ਗੱਦੇ ਨੂੰ ਸਿਹਾਰੀ ਹੈ, ਸਲਾਹੀ ਸਲਾਉਣਾ, ਮਨ ਫਿਰ ਨੰਨੇ ਨੂੰ ਸਿਹਾਰੀ ਹੈ ਮਨ ਵਿੱਚ, ਵਸੈ ਵਸ ਜਾਵੇ, ਸਹਿਜੇ ਸਹਿਜ ਅਵਸਥਾ ਵਿੱਚ, ਸੁੱਤੇ ਚਿਤ ਸੁਭਾਵਕ ਹੀ ਸੁਖ ਹੋਏ। ਆਤਮਿਕ ਆਨੰਦ ਦਾ ਸੁਖ, ਸੁਖੈਨ ਤਰੀਕੇ ਦੇ ਨਾਲ। ਸਭ ਕਹਿੰਦੇ ਸ਼ਬਦ ਸਲਾਹੀ ਮਨ ਵਸੈ। ਜੇ ਮੈਂ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰਾਂ, ਹਰ ਵਕਤ ਨਿਰੰਕਾਰ ਪਰਮਾਤਮਾ ਦਾ ਸ਼ੁਕਰਾਨਾ ਕਰਾਂ, ਤਾਂ ਫਿਰ ਕੀ ਹੁੰਦਾ ਹੈ? ਸਹਿਜੇ ਹੀ ਸੁਖ ਹੋਏ। ਤਾਂ ਉਹ ਮਨ ਵਿੱਚ ਸਹਿਜੇ ਹੀ ਆ ਕੇ ਵਸ ਜਾਂਦਾ ਹੈ ਤੇ ਫਿਰ ਸੌਖਾ ਹੀ ਆਤਮਿਕ ਆਨੰਦ ਤੇ ਖੇੜਾ ਮਨੁੱਖ ਦੇ ਜੀਵਨ ਵਿੱਚ ਆ ਜਾਂਦਾ ਹੈ। ਆਪਣੇ ਮਨ ਨੂੰ ਜਿੱਦਣ ਇਹ ਆਤਮਿਕ ਤੌਰ ਤੇ ਅਸੀਂ ਮਜ਼ਬੂਤ ਹੋ ਗਏ ਨਾ, ਮੈਂ ਇਕੱਲਾ ਨਹੀਂ, ਰੱਬ ਮੇਰੇ ਨਾਲ ਆ, ਕਿਤੇ ਇਸ ਫੀਲਿੰਗ ਨੂੰ ਲੈ ਕੇ ਦੇਖਿਓ, ਤੁਹਾਡੇ ਅੰਦਰ ਐਸੀ ਚੜ੍ਹਦੀ ਕਲਾ, ਐਸਾ ਪਿਆਰ ਹਰ ਵਕਤ ਤੁਹਾਡੇ ਅੰਦਰ ਰਹੇਗਾ। ਇੱਕ ਪੋਜ਼ਿਟਿਵ ਵੇਵਸ ਰਹਿਣਗੀਆਂ। ਤੁਸੀਂ ਕਦੀ ਵੀ ਡਿੱਗੋਗੇ ਨਹੀਂ, ਡੋਲੂਗੇ ਨਹੀਂ, ਕਿਉਂਕਿ ਜਦੋਂ ਇਸ ਗੱਲ ਦੀ ਸਟਰੋਂਗ ਫੀਲਿੰਗ ਬਣ ਗਈ
ਕਿ ਮੈਂ ਇਕੱਲਾ ਨਹੀਂ ਗਾ, ਮੇਰੇ ਨਾਲ ਮੇਰਾ ਪ੍ਰਮਾਤਮਾ ਹੈ। ਫਿਰ ਆਤਮਿਕ ਆਨੰਦ ਤੇ ਖੇੜਾ ਹਰ ਵਕਤ ਜੀਵਨ ਦੇ ਵਿੱਚ ਰਹੇਗਾ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈਂ ਦੇ। ਇੱਥੇ ਜੈ ਸ਼ਬਦ ਆ, ਜੇ ਨਹੀਂ ਹੈ। ਜੈ ਦਲਾਈਆਂ ਦੇ ਨਾਲ, ਅੱਗੇ ਤੈਂ ਉਹ ਵੀ ਦਲਾਈਆਂ ਦੇ ਨਾਲ। ਸਭ ਨਦਰੀ ਅੰਦਰ ਵੇਖਦਾ, ਜੈ ਭਾਵੈ ਤੈਂ ਦੇ। ਨਦਰੀ ਅੰਦਰ ਆ, ਮਿਹਰ ਦੀ ਨਿਗਾਹ ਦੇ ਨਾਲ। ਅੰਦਰ, ਸਾਰਿਆਂ ਦੇ ਅੰਦਰ, ਸਾਰੀ ਸ੍ਰਿਸ਼ਟੀ ਦੇ ਵਿੱਚ ਵੇਖਦਾ, ਉਹ ਦੇਖ ਰਿਹਾ ਹੈ। ਸਾਹਿਬ ਜੀ ਬੜੇ ਸਪਸ਼ਟ ਸ਼ਬਦ ਕਹਿ ਰਹੇ, ਕਹਿੰਦੇ ਉਹ ਦਾਤਾਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਜਿਹੜੇ ਨੇ ਨਾ, ਉਹ ਸਾਰੇ ਸੰਸਾਰ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦੇ ਹਨ। ਕੋਈ ਵੀ ਐਸਾ ਮਨੁੱਖ ਨਹੀਂ ਜੋ ਪਰਮਾਤਮਾ ਦੀ ਦ੍ਰਿਸ਼ਟੀ ਤੋਂ ਬਾਹਰ ਹੋਵੇ। ਹਰ ਇੱਕ ਦੇ ਉੱਪਰ ਉਹਦੀ ਨਿਗਾਹ ਹੈ। ਜਿਸ ਜੈ ਭਾਵ ਹੈ ਤੈਂ ਦੇ, ਤੇ ਜਿਹੜੇ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਵਿੱਚ ਤੁਰ ਪੈਂਦੇ ਹਨ। ਜੈ ਭਾਵ ਹੈ ਜਿਹੜੇ ਆਪਣੇ ਆਪ ਨੂੰ ਪਰਮਾਤਮਾ ਦੀ ਰਜ਼ਾ ਦੇ ਵਿੱਚ ਤੋਰ ਲੈਂਦੇ ਹਨ। ਤੈਂ ਦੇ, ਉਹਨਾਂ ਨੂੰ ਉਹ ਆਪਣਾ ਵਜੂਦ ਸਮਝਾ ਦਿੰਦਾ ਹੈ, ਉਹਨਾਂ ਨੂੰ ਆਪਣੀ ਹੋਂਦ ਦੱਸ ਦਿੰਦਾ ਹੈ। ਉਹ ਫਿਰ ਰੱਬ ਵਰਗਾ ਜੀਵਨ ਜਿਉਣ ਲੱਗ ਪੈਂਦੇ ਹਨ। ਹਉਮੈ ਸਭਾ ਗਣਤ ਹੈ, ਗਣਤੇ ਨੋ ਸੁਖ ਨਾਹੀਂ। ਗਣਤ ਦਾ ਅਰਥ ਹੈ ਚਿੰਤਾ, ਨੌ ਦਾ ਅਰਥ ਹੈ ਨੂੰ। ਬਿਖ ਖੱਖੇ ਨੂੰ ਔਂਕੜਿਆ, ਭਾਵ ਵਿਕਾਰਾਂ ਦੀ ਜ਼ਹਿਰ। ਬਿਖ ਵਿਕਾਰਾਂ ਦੀ ਜ਼ਹਿਰ। ਸੁਖ ਨਾਹੀਂ, ਸਦੀਵੀ ਆਤਮਿਕ ਆਨੰਦ ਨਹੀਂ ਮਿਲ ਸਕਦਾ। ਸਭ ਕਹਿੰਦੇ ਚੇਤਾ ਰੱਖਿਓ, ਜਿੱਥੇ ਹਉਮੈ ਆ ਨਾ, ਹਉਮੈ ਸਭਾ ਗਣਤ ਹੈ। ਕਹਿੰਦੇ ਜਿੱਥੇ ਹਉਮੈ, ਗਣਤ ਦਾ ਅਰਥ ਹੈ ਚਿੰਤਾ। ਜਿੱਥੇ ਮੈਂ ਹੈ, ਈਗੋ ਹੈ, ਹਉਮੈ ਹੈ, ਉੱਥੇ ਨਿਰੀ ਚਿੰਤਾ ਹੀ ਚਿੰਤਾ ਹੈ, ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ। ਗਣਤੇ ਨੋ ਸੁਖ ਨਾਹੀਂ। ਤੇ ਚੇਤਾ ਰੱਖਿਓ, ਜਿਹਦੇ ਅੰਦਰ ਚਿੰਤਾ ਵਸਦੀ ਹੈ ਨਾ, ਉਹ ਬੜੀ ਛੇਤੀ ਚਿਤਾ ਵੱਲ ਨੂੰ ਤੁਰ ਪੈਂਦਾ ਹੈ। ਜਿਹਦੇ ਅੰਦਰ ਚਿੰਤਾ ਵਸਦੀ ਹੈ ਨਾ, ਉਹ ਚੇਤਾ ਨਹੀਂ ਕਰ ਸਕਦਾ। ਜਿਹਦੇ ਅੰਦਰ ਚਿੰਤਾ ਹੈ, ਗਣਤੇ ਨੂੰ ਸੁਖ ਨਾਹੀਂ, ਉੱਥੇ ਆਤਮਿਕ ਸੁੱਖ ਨਹੀਂ ਮਿਲ ਸਕਦਾ। ਉੱਥੇ ਜੀਵਨ ਦੇ ਵਿੱਚ ਉਹ ਖੇੜਾ, ਉਹ ਆਨੰਦ ਨਹੀਂ ਮਿਲ ਸਕਦਾ ਜਿੱਥੇ ਚਿੰਤਾਵਾਂ ਤੇ ਪਰੇਸ਼ਾਨੀਆਂ ਦੇ ਝੋਰੇ ਨੇ। ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਏ ਸਮਾਏ। ਹਉਮੈ ਦੇ ਅਧੀਨ ਰਹਿਣ ਵਾਲਾ ਜਿਹੜਾ ਮਨੁੱਖ ਆ ਨਾ, ਈਗੋ ਵਿੱਚ ਪਿਆ ਰਹਿਣ ਵਾਲਾ ਹੈ, ਉਹਦੇ ਜਿੰਨੇ ਵੀ ਕੰਮ ਨੇ ਉਹ ਵੀ ਜ਼ਹਿਰ ਇਕੱਠੀ ਕਰਨ ਵਾਲੇ ਹੀ ਨੇ। ਉਹ ਆਪਣੇ ਅੰਦਰ ਕੀ ਕਰ ਰਿਹਾ ਹੈ? ਈਰਖਾ, ਨਫ਼ਰਤ, ਹੰਕਾਰ, ਲੋਭ, ਲਾਲਚ ਰੂਪੀ ਵਿਕਾਰਾਂ ਦੇ ਪਿੱਛੇ ਲੱਗ ਕੇ ਆਪਣੇ ਅੰਦਰ ਗੰਦੀਆਂ ਵਿਚਾਰਾਂ ਦਾ ਜ਼ਹਿਰ ਇਕੱਠਾ ਕਰ ਰਿਹਾ ਹੈ। ਬਿਖ ਕੀ ਕਾਰ ਕਮਾਵਣੀ, ਬਿਖ ਹੀ ਮਾਏ ਸਮਾਏ। ਹਉਮੈ ਦੇ ਅਧੀਨ ਰਹਿ ਕੇ ਐਸਾ ਮਨੁੱਖ ਆਪਣੀ ਆਤਮਿਕ ਮੌਤ ਸਹੇੜ ਲੈਂਦਾ ਹੈ ਤੇ ਜ਼ਹਿਰ ਵਾਲੇ ਕੰਮ ਨਿਤ ਉਹ ਕਰਦਾ ਹੈ। ਵਿਕਾਰਾਂ ਰੂਪੀ ਜ਼ਹਿਰ ਦੇ ਪਿੱਛੇ ਲੱਗ ਕੇ ਆਪਣੇ ਅੰਦਰ ਜ਼ਹਿਰ ਨੂੰ ਇਕੱਠਾ ਕਰ ਰਿਹਾ ਹੈ। ਉਹਦੇ ਜਿਤਨੀ ਵੀ ਕਾਰ ਵਿਹਾਰ ਆ, ਉਹਦੇ ਜਿੰਨੇ ਵੀ ਕੰਮ ਨੇ, ਉਹ ਸਾਰੇ ਵਿਕਾਰਾਂ ਦੇ ਪਿੱਛੇ ਨੇ। ਉਹਦੀ ਬੋਲਣੀ, ਉਹਦਾ ਵੇਖਣਾ, ਉਹਦਾ ਤੁਰਨਾ, ਉਹਦਾ ਫਿਰਨਾ, ਸਭ ਜ਼ਹਿਰ ਇਕੱਠਾ ਕਰ ਰਿਹਾ। ਇਕੱਠਾ ਕਰਕੇ ਕਿੱਥੇ ਪਾ ਰਿਹਾ? ਆਪਣੇ ਹਿਰਦੇ ਰੂਪੀ ਘਰ 'ਚ ਲਈ ਜਾ ਰਿਹਾ। ਸਾਰੀ ਮੈਲ ਅੰਦਰ ਸੁੱਟੀ ਜਾ ਰਿਹਾ। ਹੁਣ ਉਹ ਜਦੋਂ ਅੰਦਰ ਬਣਦੀ ਹੈ ਜ਼ਹਿਰ, ਹੁਣ ਕਿਤੇ ਨਾ ਸੱਪ ਦੇ ਅੰਦਰ ਜਦੋਂ ਜ਼ਹਿਰ ਬਣਦੀ ਹੈ, ਸੱਪ ਕੀ ਕਰਦਾ? ਪੱਥਰ ਤੇ ਡਸ ਮਾਰ ਦਿੰਦਾ। ਇਵੇਂ ਜਦੋਂ ਮਨੁੱਖ ਦੇ ਅੰਦਰ ਇਹ ਜ਼ਹਿਰ ਇਕੱਠੀ ਹੁੰਦੀ ਜਾਂਦੀ ਹੈ, ਫਿਰ ਇਹਨੇ ਵੀ ਕਿਸੇ ਨੂੰ ਡਸਣਾ ਹੀ ਹੈ ਨਾ। ਫਿਰ ਜੇ ਆਂਢ ਗੁਆਂਢ ਨਹੀਂ ਲੱਭਿਆ ਕੋਈ ਡਸਣ ਨੂੰ, ਫਿਰ ਆਪਣੇ ਹੀ ਘਰ ਸਹੀ ਖਪਾ ਛੱਡੋ। ਸਵੇਰੇ ਉੱਠਦੇ ਹੀ ਕਲੇਸ਼, ਸਾਰਾ ਦਿਨ ਕਲੇਸ਼। ਐਸੇ ਘਰ ਦੇ ਵਿੱਚ ਤੇ ਜਿੱਥੇ ਪਤੀ ਪਤਨੀ ਕਲੇਸ਼ ਦੇ ਕਾਰਨ ਬਣ ਜਾਣ, ਉੱਥੇ ਬੱਚੇ ਕੀ ਆਨੰਦ ਲੈਣਗੇ? ਉੱਥੇ ਘਰ ਨਰਕ ਆ। ਬੜਾ ਤੁਸੀਂ ਕਈ ਸੰਸਾਰ ਦੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ। ਆਲੇ ਦੁਆਲੇ ਤੁਸੀਂ ਦੇਖ ਲਓ, ਮਨੁੱਖਾਂ ਨੇ ਘਰ ਬਰਬਾਦ ਕਰ ਦਿੱਤੇ ਨੇ ਜਿਨ੍ਹਾਂ ਦੇ ਅੰਦਰ ਜ਼ਹਿਰ ਵਸ ਗਿਆ। ਸਮਝ ਲਓ ਉਹ ਸੱਪ ਪਲ ਪਿਆ ਉਸ ਘਰ ਦੇ ਵਿੱਚ, ਤੇ ਸੱਪ ਨੇ ਤੇ ਡਸਣਾ ਹੀ ਡਸਣਾ ਹੈ। ਸਭ ਕਹਿੰਦੇ ਐਸਾ ਮਨੁੱਖ ਤੇ ਡਸੂਗਾ, ਕਿਉਂਕਿ ਉਹ ਜ਼ਹਿਰ ਦੇ ਵਿੱਚ ਹੀ ਮਗਨ ਹੋਇਆ ਰਹਿੰਦਾ ਹੈ। ਬਿਨ ਨਾਵੇਂ ਠੌਰ ਨਾ ਪਾਇਨੀ,
ਜੰਪੁਰ ਦੁੱਖ ਸਹਾਏ। ਸਾਹਿਬ ਜੀ ਕਹਿੰਦੇ ਆ ਤੁਸੀਂ ਜਮਾਦੀਪੁਰੀ ਦੀਆਂ ਬਾਤਾਂ ਕਰਦੇ ਹੋ ਨਾ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਵੀ ਜੰਮਪੁਰ ਦੇ ਵਿੱਚ ਬੰਦਾ ਜਾਂਦਾ ਹੈ, ਜਿਹੜੇ ਮਾੜੇ ਕੰਮ ਕਰਦਾ ਹੈ ਉੱਥੇ ਉਹਨੂੰ ਤਸੀਹੇ ਦਿੱਤੇ ਜਾਂਦੇ ਨੇ, ਕੜਾਹੇ ਵਿੱਚ ਤਲਿਆ ਜਾਂਦਾ ਹੈ। ਸਾਹਿਬ ਕਹਿੰਦੇ ਉਹ ਤੇ ਬਾਅਦ ਦੀ ਗੱਲ ਆ ਨਾ, ਅੱਜ ਦੀ ਗੱਲ ਦੇਖੋ ਕੀ ਹੋ ਰਿਹਾ ਹੈ। ਕਹਿੰਦੇ ਜਿਸ ਮਨੁੱਖ ਦੇ ਅੰਦਰ ਹਉਮੈ ਆ ਗਈ ਹੈ, ਜਿਹਦੇ ਅੰਦਰ ਇਹ ਜ਼ਹਿਰ ਵਿਕਾਰਾ ਰੂਪੀ ਇਕੱਠੇ ਹੋ ਗਏ ਨੇ, ਆ ਰੋਜ਼ ਵਿਕਾਰਾ ਰੂਪੀ ਜਮ ਤੇ ਉਹਨੂੰ ਰੋਜ਼ ਤਲ ਰਹੇ ਨੇ, ਰੋਜ਼ ਉਸ ਵਿਕਾਰਾ ਰੂਪੀ ਜਮਾਂ ਦੀਆਂ ਉਹ ਚਾਬੁਕਾਂ ਖਾ ਰਿਹਾ ਹੈ, ਮਾਰ ਖਾ ਰਿਹਾ ਹੈ, ਕੁੱਟ ਖਾ ਰਿਹਾ ਹੈ। ਤਾਂ ਹੀ ਉਹਦੇ ਅੰਦਰ ਐਸੀ ਹਾਲਤ ਬਣ ਗਈ ਹੈ, ਬਾਹਰੋਂ ਉਹ ਬੜਾ ਸੋਹਣਾ ਸਰੀਰ ਨਜ਼ਰ ਆ ਰਿਹਾ, ਪਰ ਅੰਦਰ ਉਹਦੇ ਵਿਕਾਰਾਂ ਦੇ ਨਿਤ ਕੋੜੇ ਉਹਨੂੰ ਪੈ ਰਹੇ ਨੇ। ਨਿਤ ਵਿਕਾਰਾਂ, ਬਾਬਾ ਕਬੀਰ ਜੀ ਕਹਿੰਦੇ ਮਾਰੈ ਲੂਟੈ ਨੀਤ ਨੀਤ। ਇਹ ਐਸੇ ਵਿਕਾਰ ਨੇ, ਇਹ ਰੋਜ਼ ਮਾਰਦੇ ਨੇ, ਲੁੱਟਦੇ ਨੇ। ਜਿਵੇਂ ਮਨੁੱਖ ਰੋਜ਼ ਭੋਜਨ ਖਾਂਦਾ ਨਾ ਢਿੱਡ ਭਰਨ ਲਈ, ਇਵੇਂ ਇਹ ਵਿਕਾਰਾਂ ਦਾ ਭੋਜਨ ਆ। ਅੱਖਾਂ ਤੋਂ ਗੰਦਗੀ ਵੇਖਣੀ, ਗੰਦੇ ਬੋਲ ਬੋਲਣੇ, ਕੰਨਾਂ ਤੋਂ ਗੰਦਾ ਸੁਣਨਾ, ਜੀਭਾਂ ਤੋਂ ਗੰਦ ਬਾਹਰ ਕੱਢਣਾ, ਗਿਆਨ ਇੰਦਰੀਆਂ ਕਰਮ ਇੰਦਰੀਆਂ ਨਾਲ ਗੰਦ ਇਕੱਠਾ ਕਰਨਾ, ਇਹ ਸਭ ਕੁਝ ਫਿਰ ਵਿਕਾਰਾ ਰੂਪੀ ਜੰਮ ਅੰਦਰ ਬੈਠੇ ਸਾਹਿਬ ਕਹਿੰਦੇ ਨਿਤ ਮਾਰਦੇ ਹਨ। ਤੇ ਐਸਾ ਮਨੁੱਖ ਨਿਤ ਦੁੱਖ ਐਸੇ ਵਿਕਾਰਾਂ ਰੂਪੀ ਜਮਾਂ ਦੇ ਹੱਥ ਤੋਂ ਸਹਿ ਰਿਹਾ ਹੈ। ਜੀਉ ਪਿੰਡ ਸਭ ਤਿਸ ਦਾ, ਤਿਸੈ ਦਾ ਆਧਾਰ। ਸਾਹਿਬ ਕਹਿੰਦੇ ਜਦੋਂ ਇਹ ਸਮਝ ਆ ਜਾਂਦੀ ਹੈ ਨਾ, ਇਹ ਜੀ ਜਿੰਦ ਪਿੰਡ ਇਹ ਸਰੀਰ ਸਭ ਤਿਸ ਦਾ, ਉਸ ਪਰਮਾਤਮਾ ਦਾ ਦਿੱਤਾ ਹੈ। ਮੈਂ ਕੁਝ ਵੀ ਨਹੀਂ ਸੀ ਨਾਲ ਲੈ ਕੇ ਆਇਆ, ਇਹ ਸਰੀਰ ਵੀ ਮੇਰੇ ਪਰਮਾਤਮਾ ਨੇ ਮੈਨੂੰ ਦਿੱਤਾ ਹੈ। ਤਿਸੇ ਦਾ ਆਧਾਰ, ਫਿਰ ਉਹਦਾ ਹੀ ਆਸਰਾ ਤੱਕਣਾ ਚਾਹੀਦਾ ਹੈ। ਜਿੰਨੇ ਸਭ ਕੁਝ ਦਿੱਤਾ ਹੈ, ਫਿਰ ਉਹਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਉਹਦਾ ਹੀ ਆਸਰਾ ਤੱਕਣਾ ਚਾਹੀਦਾ ਹੈ। ਗੁਰ ਪ੍ਰਸਾਦੀ ਬੂਝੀ ਹੈ ਤਾਂ ਪਾਏ ਮੋਖ ਦੁਆਰ। ਤਦੋਂ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਇਹ ਗੱਲ ਸਮਝ ਆ ਜਾਂਦੀ ਹੈ, ਗੁਰੂ ਦੀ ਬਖਸ਼ਿਸ਼, ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜਦੋਂ ਇਹ ਗੱਲ ਪਕੜ 'ਚ ਆ ਜਾਂਦੀ ਹੈ ਕਿ ਇਹ ਤਨ, ਇਹ ਮਨ, ਇਹ ਧਨ ਸਭ ਮੇਰੇ ਪ੍ਰਮਾਤਮਾ ਨੇ ਮੈਨੂੰ ਦਿੱਤਾ ਹੈ, ਵਰਤਣ ਲਈ ਦਿੱਤਾ ਹੈ, ਫਿਰ ਅੰਦਰੋਂ ਕੀ ਹੁੰਦਾ ਹੈ? ਅੰਦਰੋਂ ਹੰਕਾਰ ਮੁੱਕਣ ਲੱਗ ਪੈਂਦਾ ਹੈ, ਫਿਰ ਮੇਰੀ ਮੁੱਕਣ ਲੱਗ ਪੈਂਦੀ ਹੈ, ਫਿਰ ਬੇਫਜ਼ੂਲ ਦੀ ਗੰਦਗੀ ਦੇ ਵਿੱਚ ਜਿਹੜਾ ਜੀਵਨ ਤੁਰ ਰਿਹਾ ਸੀ ਉਹ ਖਤਮ ਹੋ ਜਾਂਦਾ ਹੈ। ਤਾਂ ਪਾਏ ਮੋਖ ਦੁਆਰ, ਫਿਰ ਜਿਉਂਦਿਆਂ ਜੀ ਵਿਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ। ਫਿਰ ਮਨੁੱਖ ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਪਿੱਛੇ ਨਹੀਂ ਤੁਰਦਾ, ਫਿਰ ਉਹ ਸ਼ੁਭ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ। ਸਤ, ਸੰਤੋਖ, ਨਿਮਰਤਾ ਉਹਦੇ ਜੀਵਨ ਦੇ ਵਿੱਚ ਘਰ ਕਰ ਜਾਂਦੀ ਹੈ। ਆਖਰੀਆਂ ਪੰਕਤੀਆਂ ਅੱਜ ਦੇ ਪਾਵਨ ਸ਼ਬਦ ਦੀਆਂ, ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ। ਹੇ ਨਾਨਕ, ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਵਿੱਚ ਟਿਕ ਜਾ। ਸਭ ਕਹਿੰਦੇ ਨਿਰੰਕਾਰ ਦੀ ਰਜ਼ਾ ਤੇ ਭਾਣੇ ਦੇ ਵਿੱਚ ਟਿਕ ਜਾ, ਉਹਦੀ ਸਿਫਤ ਸਲਾਹ ਦੇ ਵਿੱਚ ਜੁੜ ਜਾ। ਕੇਵਲ ਤਾਂ ਕੇਵਲ ਉਹਦਾ ਭੈ ਰੱਖ, ਹੋਰ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ। ਜਦੋਂ ਤੂੰ ਉਹਦੇ ਚਰਨਾਂ ਵਿੱਚ ਜੁੜੇਗਾ, ਉਹਦੇ ਗੁਣਾਂ ਨੂੰ ਆਪਣੇ ਵਿੱਚ ਵਸਾਵੇਂਗਾ, ਫਿਰ ਤੇਰੇ ਅੰਦਰ ਨਿਰੰਕਾਰ ਦੇ ਗੁਣ ਆਉਂਦੇ ਜਾਣਗੇ। ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ। ਜਿਵੇਂ ਜਿਵੇਂ ਤੂੰ ਗੁਣਵਾਨ ਬਣਦਾ ਜਾਵੇਂਗਾ, ਤੇਰੇ ਅੰਦਰ ਇਹ ਸਮਝ ਆਉਂਦੀ ਜਾਵੇਗੀ, ਤੇਰੇ ਅੰਦਰ ਪ੍ਰਮਾਤਮਾ ਦੀ ਸਿਫਤ ਕਰਨ ਦੀ ਭਾਵਨਾ ਪੈਦਾ ਹੁੰਦੀ ਜਾਵੇਗੀ, ਫਿਰ ਤੇਰੇ ਅੰਦਰੋਂ ਹਉਮੈ ਖਤਮ ਹੋ ਜਾਵੇਗੀ। ਫਿਰ ਇਹ ਅਰਦਾਸ ਬਣੇਗੀ, हे ਪ੍ਰਮਾਤਮਾ ਜੀ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਪੇਖੋਂ ਤਤ ਤੂੰ। ਫਿਰ ਸਮਝ ਆ ਜਾਵੇਗੀ ਉਸ ਪਰਿਪੂਰਨ ਪ੍ਰਮਾਤਮਾ ਦਾ ਕੋਈ ਵੀ ਪਾਰਾਵਾਰ ਨਹੀਂ ਪਾ ਸਕਦਾ। ਉਹਦਾ ਨਾ ਕੋਈ ਆਹ ਬੰਨਾ ਦੱਸ ਸਕਦਾ ਹੈ, ਨਾ ਅਗਲਾ ਦੱਸ ਸਕਦਾ ਹੈ। ਸਾਨੂੰ ਤੇ ਕੱਲ ਦਾ ਪਤਾ ਨਹੀਂ ਸਾਡੇ ਨਾਲ ਕੀ ਹੋਣਾ ਹੈ, 1 ਸੈਕਿੰਡ ਦਾ ਪਤਾ ਨਹੀਂ। ਆ ਜੰਮਾਂ ਦੇ ਡਰ, ਆ ਧਰਮ ਰਾਜ, ਆ ਇਹਨਾਂ ਨੂੰ ਅਸੀਂ ਕੀ ਕਰਨਾ ਹੈ? ਇਹ ਤਾਂ ਗੱਲ ਦੀ ਬਾਅਦ 'ਚ ਦੇਖਾਂਗੇ ਨਾ। ਅੱਜ ਨੂੰ ਕਿਉਂ ਨਾ ਸੁਧਾਰ ਲਈਏ? ਇਹਨਾਂ ਦੇ ਕਿਉਂ ਜਾਈਏ? ਇਹ ਮੈਨੂੰ ਪਤਾ ਲੱਗ ਗਿਆ, ਚਲੋ ਮੈਨੂੰ ਪਤਾ ਲੱਗ ਗਿਆ ਆਹ ਬੜਾ ਗਵਾਂਢੀ ਬੜਾ ਮਾੜਾ ਹੈ, ਮੈਨੂੰ ਪਤਾ ਲੱਗ ਗਿਆ ਵੀ ਆਹ ਮਨੁੱਖ ਜਿਹੜਾ ਨਾ ਵੀ ਇਹ ਮੇਰਾ ਨੁਕਸਾਨ ਕਰ ਸਕਦਾ ਹੈ, ਜਾਂ ਇਹ ਮਾੜਾ ਹੈ। ਮੈਨੂੰ ਕਿਸੇ ਨੇ ਦੱਸਿਆ ਭਾਈ ਉਹ ਬੜਾ
ਮਾੜਾ ਇਨਸਾਨ ਆ, ਹੁਣ ਮੈਂ ਕਿਉਂ ਉਹਦੇ ਵੱਲ ਜਾਊਂਗਾ? ਮੈਂ ਉਹਦੇ ਨਾਲ ਮੈਂ ਵਾਸਤਾ ਹੀ ਨਹੀਂ ਰੱਖਣਾ ਚਾਹੁੰਦਾ, ਉਹਦੇ ਨਾਲ ਕੋਈ ਮੈਂ ਸਾਂਝ ਹੀ ਨਹੀਂ ਰੱਖਣੀ ਚਾਹੁੰਦਾ। ਮੈਂ ਆਪਣੇ ਜੀਵਨ ਦੇ ਵਿੱਚ ਆਪਣੇ ਗੁਰੂ ਦੇ ਅੱਜ ਜਿਹੜਾ ਪ੍ਰੈਜ਼ੈਂਟ ਆ, ਇਹਨੂੰ ਮੈਂ ਗੁਰੂ ਦੇ ਦੱਸੇ ਰਾਹ ਤੇ ਤੋਰ ਕੇ ਗੁਰੂ ਦੇ ਹੁਕਮ 'ਚ ਚੱਲ ਕੇ ਆਪਣੇ ਅੰਦਰ ਨੂੰ ਧੋਣਾ ਸ਼ੁਰੂ ਕਰ ਦਿੱਤਾ ਹੈ। ਹੁਣ ਮੇਰਾ ਉਹਨਾਂ ਦੇ ਨਾਲ ਕੋਈ ਨਾਤਾ ਹੀ ਨਹੀਂ, ਉਹਨਾਂ ਜਮਾਂ ਦੇ ਨਾਲ, ਜੰਮਣ ਮਰਨ ਦੇ ਨਾਲ। ਉਹ ਤੁਸੀਂ ਆਪਣੇ ਘਰ 'ਚ ਬਣਾ ਕੇ ਰੱਖੋ। ਜਿਨ੍ਹਾਂ ਦਾ ਇਹਨਾਂ ਨੂੰ ਲੈ ਕੇ ਸਰਦਾ ਹੈ ਉਹ ਚੱਕੀ ਫਿਰਨ ਇਹਨਾਂ ਨੂੰ। ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸੀਂ ਸਿੱਖ ਹਾਂ। ਸਾਡੇ ਗੁਰੂ ਨੇ ਸਾਨੂੰ ਇਹਨਾਂ ਤੋਂ ਤੋੜ ਕੇ ਇੱਕ ਅਕਾਲ ਪੁਰਖ ਨਾਲ ਜੋੜਤਾ ਹੈ। ਹੁਣ ਇਹ ਨਦੀਆਂ ਬਣ ਕੇ ਰਹੀ ਜਾਣ, ਅਸੀਂ ਤੇ ਸਾਗਰ ਬਣਨਾ ਹੈ, ਪ੍ਰਮਾਤਮਾ ਨਾਲ ਇੱਕ ਹੋਣਾ ਹੈ। ਸੋ ਆਓ ਗੁਰਮਤਿ ਦੀਆਂ ਵਿਚਾਰਾਂ ਕਰਦੇ ਹਾਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਗੁਰਬਾਣੀ ਦਾ ਉਚਾਰਨ ਕਰਦੇ ਹਾਂ। ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਗੁਰਬਾਣੀ ਦੀ ਨਿਰੋਲ ਜਿੰਨੀ ਕੁ ਵਿਚਾਰ, ਦੇਖੋ ਮੇਰੀ ਵੀ ਕੋਈ, ਮੈਂ ਇੰਨਾ ਵਿਦਵਾਨ ਨਹੀਂ ਗਾ, ਨਾ ਮੈਂ ਕੋਈ ਗੁਰਬਾਣੀ ਦੀ ਵਿਚਾਰ ਵਿਦਵਤਾ ਸ਼ੋਅ ਕਰਨ ਵਾਸਤੇ ਕਰਦੇ, ਤੇ ਪਿਆਰ ਆ। ਜਿਵੇਂ ਜਿਵੇਂ ਗੁਰਬਾਣੀ ਨਾਲ ਜੁੜ ਰਹੇ ਆ ਨਾ, ਮੈਂ ਬਹੁਤ ਕੁਝ ਸਿੱਖਦਾ। ਸੱਚ ਜਾਣਿਓ, ਇੰਨਾ ਅੰਦਰ ਪਿਆਰ ਉਮੜਦਾ ਹੈ ਬਾਣੀ ਦੇ ਨਾਲ, ਇੰਨਾ ਪਿਆਰ ਆਉਂਦਾ ਹੈ, ਸਮਝ ਆਉਂਦੀ ਹੈ, ਹੇ ਮੇਰਿਆ ਪਾਤਸ਼ਾਹ ਉਮਰ ਲੰਘਾ ਦਿੱਤੀ ਇੰਨੀ ਐਵੇਂ ਹੀ। ਸਭ ਕੁਝ ਤੇ ਤੇਰੇ ਘਰ ਵਿੱਚ ਪਿਆ ਵਾ, ਹਰ ਚੀਜ਼ ਤੇ ਮੇਰੇ ਘਰ 'ਚ ਪਈ ਹੈ, ਮੈਂ ਇੱਧਰ ਉੱਧਰ ਹੀ ਭਟਕਦਾ ਰਿਹਾ। ਆਓ ਲੜ ਲੱਗੀਏ ਗੁਰਬਾਣੀ ਦੇ, ਕਿਸੇ ਕੋਲ ਜਾਣ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ। ਸਾਰੇ ਭਰਮ, ਸਾਰੇ ਭੁਲੇਖੇ ਗੁਰੂ ਜੀ ਕੱਢ ਕੇ ਬਾਹਰ ਸੁੱਟ ਦਿੰਦੇ ਨੇ। ਇੱਕ ਸੱਚਾ ਤੇ ਨਿਰੋਲ ਜੀਵਨ ਗੁਰੂ ਦੀ ਸਿੱਖੀ ਦਾ ਸਾਨੂੰ ਬਖਸ਼ ਦਿੰਦੇ ਹਨ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਪਿਆਰ ਦੇ ਨਾਲ ਗੁਰਬਾਣੀ ਵਿਚਾਰ ਦਾ ਸਾਥ ਦੇ ਰਹੇ ਹਨ। ਗਲੋਬਲ ਗੁਰਬਾਣੀ ਵਿਚਾਰ ਦੀ ਸਮੁੱਚੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।